अज दे अमृतमय बचनां दा पाठ भाई साहब जी पासों सरवण कीता। इलाही अमृतमय पवित्र बाणी दी विचार नाल सांझ पाउण लई जो समा प्राप्त हो रहा है, मन बिरतियां नूं इकागर करदे होए नमाणे जे हो के चवर छतर तखत दे मालिक धन गुरु ग्रंथ साहिब महाराज जी दे पावन चरनां विच जुड़न दा यतन करिए। दशमेश पिता कलगीधर पातशाह गुरु गोबिंद सिंह जी महाराज अमृत बाणी दे राहीं जो सानू मनुखी दुनियावी जीवां नूं समझाउणा चाहुंदे ने, एक मन एक चित हो के समझण दा यतन करिए जी। वाहिगुरु साहिब जी। एक ओंकार सत गुर प्रसाद। जाप श्री मुखवाक पातशाही दसवीं। छपै छंद तव प्रसाद। आप जी रोजाना इस अस्थान तो लड़ीवार गुरबाणी शब्द विचार दे नाल सांझ पाउंदे आ रहे हो। रोजाना ही हर गुरु का सिख, गुरु का प्यारा नितनेम दा जाप करदा है और नितनेम दियां बाणियां दे विचों दी ये दूसरी बाणी है जिन्हों असीं जाप साहिब आखदे हां। पहली बाणी है जप और दूसरी बाणी है जाप। पहली गुरु नानक साहब जी वल्लों उचारण कीती हुई बाणी जिहदी संपूर्ण विचार आप जी सरवण करते आए और सतगुरु जी ने कृपा करके तरस करके आप ही जपजी साहब की बाणी की विचार करवाई। इसे तरह गुरु कलगीधर पातशाह बादशाह दरवेश शाही शहनशाह गुरु नानक साहब जी के घर के मालिक गुरु गोबिंद सिंह महाराज जी वल्लों भी जो बाणी उचारण हुई उदा नाम है जाप। जप तो ही असी जाप तक पहुंचना है। जप का अर्थ है जानना कि असी इस संसार दे विच क्यों आए हाँ और किहदे नाल असी जुड़ना है। जदों सानू ये जानकारी मिल जाएगी, समझ आ जाएगी कि असी मनुखा देही क्यों लई, ये सानू मनुखा जन्म क्यों मिलिया और किस वास्ते मिलिया और असी करना की है इस जन्म दे विच। जदों ये गल्लां सानू समझ विच आ गईयां फिर साडा अगों चलना शुरू होएगा। जाप का अर्थ है चलना। जिस गल दी समझ आई है उस पासे नूं तुरना। जाप साहब दी बाणी जिहड़ी है ये गुरु कलगीधर पातशाह जी ने जो नाहन दी रियासत है जिथे अज पाउंटा साहिब पवित्र अस्थान सुशोभित है, जिथे सतगुरु महाराज जी ने जाके बख्शिशां वरताइयां और लगभग सतगुरु जी 1685 तो 1688 तक सतगुरु महाराज जी ने उस इलाके दे विच विचरना कीता और सुंदर अस्थान जो पाउंटा साहिब है उहदी रचना की। और आप सारे जानते हो कि इहदे नाल ही एक जमुना नदी बहती है और इहदे बिल्कुल किनारे ते सतगुरु जी कवि दरबार भी सजाउंदे रहे ने। बकायदा गुरु कलगीधर पातशाह जी दे कोल चोटी दे कवि
ਆਪਣੀ ਕਵਿਤਾ ਦਾ ਜਿਹੜਾ ਉਚਾਰਨ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਲੈਂਦੇ ਰਹੇ। ਅੱਜ ਵੀ ਜਦੋਂ ਤੁਸੀਂ ਪਵਿੱਤਰ ਅਸਥਾਨ ਪਾਉਂਟਾ ਸਾਹਿਬ, ਜਿਹਨੂੰ ਅਸੀਂ ਪਾਉਂਟਾ ਸਾਹਿਬ ਆਖਦੇ ਹਾਂ, ਜਦੋਂ ਤੁਸੀਂ ਜਾਓਗੇ ਤੇ ਉਸ ਜਮਨਾ ਨਦੀ ਨੂੰ ਵੇਖਿਓ। ਉਹ ਜਦੋਂ ਇਸ ਅਸਥਾਨ ਦੇ ਕੋਲੋਂ ਦੀ ਲੰਘਦੀ ਹੈ ਤੇ ਸ਼ਾਂਤ ਹੋ ਕੇ ਲੰਘਦੀ ਹੈ, ਪਰ ਉਹਨੂੰ ਜਿੱਥੋਂ ਉਹ ਆ ਰਹੀ ਹੈ ਉਸ ਪਾਸਿਓਂ ਵੇਖੋਗੇ ਤੇ ਉਹਦਾ ਸ਼ੋਰ ਸੁਣਾਈ ਦੇਗਾ। ਪਰ ਜਦੋਂ ਇਸ ਅਸਥਾਨ ਤੋਂ ਅੱਗੇ ਨੂੰ ਜਾਂਦਿਆਂ ਵੇਖੋਗੇ ਤੇ ਫਿਰ ਤੁਹਾਨੂੰ ਸ਼ੋਰ ਸੁਣਾਈ ਦੇਗਾ। ਪਰ ਇਸ ਦਾਇਰੇ ਦੇ ਵਿੱਚ, ਇੰਨੀ ਕੁ ਜਗ੍ਹਾ ਦੇ ਵਿੱਚ ਉਹ ਜਮਨਾ ਨਦੀ ਸ਼ਾਂਤ ਹੋ ਕੇ ਚੱਲਦੀ ਹੈ। ਕਿਉਂ ਚੱਲਦੀ ਹੈ? ਕਿਉਂਕਿ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ। ਸਮਰੱਥ ਸਤਿਗੁਰੂ ਜੀ ਦੇ ਬੋਲ ਨੇ ਉਸ ਜਮਨਾ ਨਦੀ ਦੇ ਪਰਥਾਏ ਪੂਰੇ ਪ੍ਰਤੱਖ ਪ੍ਰਮਾਣ ਹੈ ਕਿ ਅੱਜ ਵੀ ਉਹ ਉਸ ਜਗ੍ਹਾ ਦੇ ਵਿੱਚੋਂ ਉਹਨੇ ਸ਼ਾਂਤ ਹੋ ਕੇ ਲੰਘਣਾ ਹੈ, ਕਿਉਂਕਿ ਸਾਹਿਬ ਜੀ ਨੇ ਉੱਥੇ ਬੈਠ ਕੇ ਇਹ ਜਾਪ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਹੈ। ਇਹ ਜਾਪ ਸਾਹਿਬ ਦੀ ਬਾਣੀ ਉਸ ਪਾਵਨ ਪਵਿੱਤਰ ਅਸਥਾਨ ਪਾਉਂਟਾ ਸਾਹਿਬ, ਉਸ ਇਲਾਕੇ ਦੇ ਵਿੱਚ ਹੈ। ਕਵੀ ਦਰਬਾਰ ਵੀ ਸੱਜਣਾ ਇਹ ਸਾਹਿਬ ਨੇ ਆਖਿਆ ਇਸ ਜਮਨਾ ਨੂੰ ਕਿ ਤੂੰ ਸ਼ਾਂਤ ਹੋ ਕੇ ਚੱਲਣਾ ਹੈ, ਔਰ ਅੱਜ ਵੀ ਉਹ ਸ਼ਾਂਤ ਹੈ। ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਤਾਂ ਹਿਰਦੇ ਵਿੱਚ ਵਸੇਗੀ ਜੇ ਸਾਡਾ ਮਨ ਅੰਦਰ ਸ਼ਾਂਤ ਹੋਏਗਾ। ਜਿੰਨਾ ਚਿਰ ਸਾਡਾ ਮਨ ਅੰਦਰ ਸ਼ਾਂਤ ਨਹੀਂ ਹੋਏਗਾ, ਉਨਾ ਚਿਰ ਗੁਰਬਾਣੀ ਅੰਦਰ ਵਸੇਗੀ ਨਹੀਂ। ਕਿਉਂਕਿ ਮਨ ਤਾਂ ਚੰਚਲ ਹੈ, ਮਨ ਦੇ ਵਿੱਚ ਹਰ ਵੇਲੇ ਹਲਚਲ ਹੁੰਦੀ ਰਹਿੰਦੀ ਹੈ, ਮਨ ਵਿੱਚ ਹਰ ਵੇਲੇ ਸ਼ੋਰ ਮਚਦਾ ਰਹਿੰਦਾ ਹੈ। ਪਹਿਲੇ ਅਸੀਂ ਜਪ ਦੀ ਬਾਣੀ ਦਾ ਅਭਿਆਸ ਕਰਕੇ, ਜਿਹਨੂੰ ਜਪਜੀ ਸਾਹਿਬ ਆਪਾਂ ਕਹਿੰਦੇ ਹਾਂ, ਉਹਦਾ ਅਭਿਆਸ ਕਰਕੇ ਮਨ ਨੂੰ ਸ਼ਾਂਤ ਕਰਨਾ ਹੈ, ਮਨ ਨੂੰ ਟਿਕਾ ਦੇ ਵਿੱਚ ਲਿਆਉਣਾ ਹੈ। ਕਿਉਂਕਿ ਜਦੋਂ ਮਨ ਟਿਕੇਗਾ ਤਾਂ ਹੀ ਤੇ ਜਪ ਤੋਂ ਜਾਪ ਤੇ ਚੱਲਾਂਗੇ ਆਪਾਂ। ਜਪ ਦੀ ਬਾਣੀ ਸਾਡੇ ਮਨ ਨੂੰ ਸ਼ਾਂਤ ਕਰਦੀ ਹੈ। ਸਾਡੇ ਮਨ ਦਾ ਸ਼ੋਰ ਜਿਹੜਾ ਹੈ ਨਾ, ਇਹ ਬਿਲਕੁਲ ਅੰਦਰੋਂ ਦੀ ਸ਼ਾਂਤ ਹੋ ਜਾਂਦਾ ਹੈ ਜੇ ਕਿਤੇ ਜਪਜੀ ਸਾਹਿਬ ਦੀ ਬਾਣੀ ਦਾ ਅਭਿਆਸ ਪਿਆਰ ਦੇ ਨਾਲ ਭਿੱਜ ਕੇ ਕੀਤਾ ਜਾਏ। ਮਨ ਸ਼ਾਂਤ ਹੋ ਜਾਂਦਾ ਹੈ, ਤੇ ਜਦੋਂ ਮਨ ਸ਼ਾਂਤ ਹੋਏਗਾ ਫਿਰ ਜਾਪ ਚੱਲੇਗਾ। ਇਹੀ ਕਾਰਨ ਹੈ ਕਿ ਉੱਥੇ ਜਿਹੜੀ ਨਦੀ ਵਹਿੰਦੀ ਆ ਉਹ ਵੀ ਸ਼ਾਂਤ ਹੋ ਕੇ ਚੱਲਦੀ ਹੈ। ਸਾਹਿਬ ਆਖਿਆ ਇੱਥੇ ਅਸੀਂ ਉਸ ਅਕਾਲ ਪੁਰਖ ਨਾਲ ਜੁੜਨਾ ਤੇ ਜੋੜਨਾ ਹੈ। ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨ ਵਾਸਤੇ ਮਨ ਨੂੰ ਸ਼ਾਂਤ ਹੋਣਾ ਪੈਣਾ ਹੈ। ਮਨ ਦੀ ਹਲਚਲ, ਮਨ ਦਾ ਸ਼ੋਰ, ਮਨ ਦੀ ਚੰਚਲਤਾਈ ਨਾਲ ਕਦੇ ਅਕਾਲ ਪੁਰਖ ਨੂੰ ਪਾਇਆ ਨਹੀਂ ਜਾ ਸਕਦਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮੇਰੇ ਮਨ, ਤੇਰੀ ਚਤੁਰਾਈ, ਤੇਰੀ ਚੰਚਲਤਾ ਨਾਲ ਇਹ ਅੰਦਰ ਦਾ ਸ਼ੋਰ ਸ਼ਾਂਤ ਨਹੀਂ ਹੋਣਾ। ਤੇ ਮਨ ਨੇ ਪੁੱਛਿਆ ਫਿਰ ਕਿਵੇਂ ਹੋਣਾ ਹੈ? ਤੇ ਸਾਹਿਬ ਕਹਿੰਦੇ ਆ ਜਪ ਜੀ ਸਾਹਿਬ ਦੀ ਬਾਣੀ ਦਾ ਅਭਿਆਸ ਕਰ। ਸੁਣ ਕੇ ਮੰਨ ਕੇ ਅਮਲੀ ਜਾਮਾ ਇਹਨੂੰ ਪਹਿਨਾ। ਤੇ ਜਦੋਂ ਉਹਨੇ ਸੁਣ ਕੇ ਮੰਨ ਕੇ ਅਮਲੀ ਜਾਮਾ ਇਹਨੂੰ ਪਹਿਨਾ ਦਿੱਤਾ ਤੇ ਫਿਰ ਅੱਗੋਂ ਕਹਿਣ ਦੀ ਲੋੜ ਨਹੀਂ ਪਈ, ਆਪਣੇ ਆਪ ਹੀ ਜਾਪ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਔਰ ਦੂਸਰੀ ਵਿਚਾਰ ਇਹ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਤੇ ਕਰਦੇ ਹਾਂ, ਪਰ ਬਹੁਤਾਤ ਵਿੱਚ ਵੇਖਦੇ ਹਾਂ ਨੇਮ ਬਹੁਤਿਆਂ ਦਾ ਨੇਮ ਹੈ, ਕੋਈ ਸ਼ੱਕ ਨਹੀਂ। ਅੰਮ੍ਰਿਤ ਵੇਲੇ ਦਾ ਉਹਨਾਂ ਦਾ ਜਾਪ ਦਾ ਨੇਮ ਰੋਜ਼ਾਨਾ ਦਾ ਬਣਿਆ ਹੋਇਆ ਹੈ। ਪਰ ਐਸੇ ਵੀ ਨੇ ਜਿਹੜੇ ਕਹਿੰਦੇ ਅਸੀਂ ਜਪਜੀ ਸਾਹਿਬ ਤਾਂ ਪੜ੍ਹ ਲੈਂਦੇ ਹਾਂ, ਪਰ ਸਾਨੂੰ ਜਾਪ ਸਾਹਿਬ ਔਖਾ ਲੱਗਦਾ ਹੈ। ਜਾਪ ਸਾਹਿਬ ਸਾਨੂੰ ਔਖਾ ਲੱਗਦਾ ਹੈ ਪੜ੍ਹਨਾ, ਇਸ ਲਈ ਅਸੀਂ ਇਹ ਪਾਠ ਛੱਡ ਕੇ ਫਿਰ ਅਗਲੀ ਬਾਣੀ ਦਾ ਪਾਠ ਕਰ ਲੈਂਦੇ ਹਾਂ। ਐਸੇ ਵੀ ਮੌਜੂਦ ਨੇ। ਪਰ ਜੇ ਅਸੀਂ ਪਿਆਰ ਨਾਲ ਭਿੱਜ ਕੇ ਜਪਜੀ ਸਾਹਿਬ ਦੀ ਬਾਣੀ ਦਾ ਅਭਿਆਸ ਕੀਤਾ ਹੋਏਗਾ ਨਾ, ਫਿਰ ਜਾਪ ਨਾਲ ਜੁੜਨਾ ਸਾਡੇ ਲਈ ਸੌਖਾ ਹੋ ਜਾਏਗਾ।
ਇਹਦੇ ਵਿੱਚ ਉਰਦੂ ਵੀ ਹੈ, ਫਾਰਸੀ ਵੀ ਹੈ, ਬ੍ਰਿਜ ਭਾਸ਼ਾ ਵੀ ਹੈ ਔਰ ਇਹਦੇ ਵਿੱਚ ਸੰਸਕ੍ਰਿਤੀ ਭਾਸ਼ਾ ਵੀ ਹੈ। ਪਰ ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਕਿਹਦੇ ਵਿੱਚ ਬਦਲਿਆ ਗਿਆ ਹੈ? ਗੁਰਮੁਖੀ ਅੱਖਰ ਵਿੱਚ, ਤਾਂ ਕਿ ਸਾਡੇ ਲਈ ਇਹ ਪੜ੍ਹਨਾ ਸੌਖਾ ਹੋ ਜਾਏ। ਜੇ ਨਿਰੋਲ ਉਰਦੂ ਹੋਵੇ, ਫਾਰਸੀ ਹੋਵੇ, ਫਿਰ ਤੇ ਆਪਾਂ ਨਹੀਂ ਪੜ੍ਹ ਸਕਦੇ। ਹੈ ਉਰਦੂ, ਹੈ ਫਾਰਸੀ ਹੈ, ਪਰ ਉਹਨੂੰ ਬਦਲਿਆ ਕਿਹਦੇ ਵਿੱਚ ਹੈ? ਗੁਰਮੁਖੀ ਅੱਖਰ ਦੇ ਵਿੱਚ, ਤਾਂ ਕਿ ਸਾਡੇ ਲਈ ਇਹ ਪੜ੍ਹਨਾ ਸੌਖਾ ਹੋ ਜਾਏ। ਜਦੋਂ ਤੁਸੀਂ ਇਸ ਬਾਣੀ ਨਾਲ, ਚਲੋ ਔਖਾਈ ਆਏਗੀ, 1 ਦਿਨ 2 ਦਿਨ 4 ਦਿਨ, ਪਰ ਜਦੋਂ ਅਭਿਆਸ ਕਰਦੇ ਚੱਲੋਗੇ ਇੱਕ ਦਿਨ ਐਸਾ ਰਸ ਬਣੇਗਾ ਕਿ ਇਸੇ ਬਾਣੀ ਵਿੱਚੋਂ ਤੁਹਾਨੂੰ ਆਨੰਦ ਆਏਗਾ। ਔਰ ਦੂਸਰੀ ਗੱਲ, ਜਦੋਂ ਅਸੀਂ ਰਹਿਤਨਾਮੇ ਪੜ੍ਹਦੇ ਹਾਂ ਨਾ, ਰਹਿਤਨਾਮੇ, ਜਿਹਦੇ ਵਿੱਚ ਸਾਨੂੰ ਰਹਿਤ ਬਾਰੇ ਦੱਸਿਆ ਗਿਆ ਹੈ ਕਿ ਕੈਸਾ ਸਾਡਾ ਜੀਵਨ ਹੋਣਾ ਚਾਹੀਦਾ ਹੈ, ਕੈਸੀ ਸਾਡੀ ਰਹਿਤ ਹੋਣੀ ਚਾਹੀਦੀ ਹੈ। ਉਸ ਰਹਿਤਨਾਮੇ ਨੂੰ ਜਦੋਂ ਪੜ੍ਹੀਏ ਤੇ ਭਾਈ ਪ੍ਰਹਿਲਾਦ ਸਿੰਘ ਦਾ ਰਹਿਤਨਾਮਾ ਪੜ੍ਹੀਏ ਤੇ ਉਹਨਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਬਿਨ ਜਪ ਜਾਪ ਜਪੇ ਜੋ ਜੋਵੈ ਪ੍ਰਸਾਦ। ਜਿਹੜਾ ਜਪ ਤੇ ਜਾਪ ਦੀ ਬਾਣੀ ਨੂੰ ਪੜ੍ਹਨ ਤੋਂ ਬਿਨਾਂ, ਇਹਦੇ ਨਾਲ ਜੁੜਨ ਤੋਂ ਬਿਨਾਂ ਪ੍ਰਸਾਦ ਛਕਦਾ ਹੈ। ਜੋ ਭਾਈ ਪ੍ਰਹਿਲਾਦ ਸਿੰਘ ਨੇ ਰਹਿਤਨਾਮੇ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ, ਜਪ ਦਾ ਵੀ ਜ਼ਿਕਰ ਕੀਤਾ ਹੈ ਤੇ ਜਾਪ ਦਾ ਵੀ ਕੀਤਾ ਹੈ। ਇੱਥੇ ਇੱਕ ਬੇਨਤੀ ਕਰਦਾ ਚੱਲਾਂ ਕਿ ਇਹ ਸਾਡੇ ਨਿੱਤ ਦੀ ਨੇਮ ਦੀ ਬਾਣੀ ਵਿੱਚ ਇਹ ਬਾਣੀ ਐਡ ਹੈ। ਔਰ ਦੂਸਰੀ ਗੱਲ, ਜਦੋਂ ਵੀ ਖੰਡੇ ਦੀ ਪਹੁਲ ਤਿਆਰ ਹੋਏਗੀ, ਅੰਮ੍ਰਿਤ ਸੰਚਾਰ ਹੋਏਗਾ, ਤੇ ਇਹ ਬਾਣੀ ਜਿਹੜੀ ਹੈ ਜਾਪ ਸਾਹਿਬ ਦੀ 5 ਪਿਆਰਿਆਂ ਦੇ ਵਿੱਚ ਪੜ੍ਹੀ ਜਾਏਗੀ। 5 ਪਿਆਰੇ ਜਦੋਂ ਬੈਠ ਕੇ ਖੰਡੇ ਦੀ ਪਹੁਲ ਤਿਆਰ ਕਰਦੇ ਆ, ਉਹ ਬਾਟਾ ਤਿਆਰ ਹੁੰਦਾ ਹੈ ਅੰਮ੍ਰਿਤ ਦਾ, ਉਹਦੇ ਵਿੱਚ ਜਪ ਦੀ ਬਾਣੀ ਪਹਿਲਾਂ ਜਪਜੀ ਸਾਹਿਬ, ਫਿਰ ਦੂਸਰੇ ਨੰਬਰ ਤੇ ਜਾਪ ਸਾਹਿਬ ਦਾ ਪਾਠ ਹੁੰਦਾ ਹੈ। ਅੱਜ ਭਾਵੇਂ ਕਈ ਬਹੁਤੇ ਸਿਆਣੇ ਹੋ ਕੇ ਕਿੰਤੂ ਪਰੰਤੂ ਇਹਦੇ ਵਿੱਚ ਕਰਨ ਲੱਗ ਪਏ ਨੇ, ਪਰ ਇਹ ਨਿਰੋਲ ਅਕਾਲ ਪੁਰਖ ਦੀ ਉਸਤਤ ਹੈ। ਔਰ ਇਹਨੂੰ ਜਦੋਂ ਤੁਸੀਂ ਜਪ ਨੂੰ ਸਮਝ ਲਓਗੇ ਤੇ ਜਾਪ ਵਿੱਚ ਕੋਈ ਪ੍ਰਸ਼ਨ ਕਿੰਤੂ ਪਰੰਤੂ ਰਹਿ ਹੀ ਨਹੀਂ ਜਾਏਗਾ। ਕਿਉਂਕਿ ਜੋ ਜਪ ਵਿੱਚ ਸਮਝਾਇਆ ਗਿਆ ਉਹਦਾ ਹੀ ਜਾਪ ਇਹਦੇ ਵਿੱਚ ਕਰਨ ਨੂੰ ਕਿਹਾ। ਨਿਰੋਲ ਅਕਾਲ ਪੁਰਖ ਦੀ ਉਸਤਤ ਹੈ, ਕਿਸੇ ਬੰਦੇ ਦੀ ਉਸਤਤ ਨਹੀਂ, ਕਿਸੇ ਬਾਦਸ਼ਾਹ ਦੀ ਉਸਤਤ ਨਹੀਂ, ਕਿਸੇ ਰਾਜੇ ਮਹਾਰਾਜੇ ਦੀ ਉਸਤਤ ਨਹੀਂ ਹੈ। ਇੱਥੇ ਤੇ ਰਾਜਾਨ ਰਾਜ ਦੀ ਉਸਤਤ ਹੈ। ਇਸ ਲਈ ਜਦੋਂ 5 ਪਿਆਰੇ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ ਉਦੋਂ ਇਹ ਬਕਾਇਦਾ ਇਹ ਬਾਣੀ ਜਿਹੜੀ ਹੈ ਜਾਪ ਸਾਹਿਬ ਦੀ ਪੜ੍ਹੀ ਜਾਂਦੀ ਹੈ। ਔਰ ਉੱਥੇ ਭਾਈ ਪ੍ਰਹਿਲਾਦ ਸਿੰਘ ਜੀ ਨੇ ਰਹਿਤਨਾਮੇ ਵਿੱਚ ਜ਼ਿਕਰ ਕੀਤਾ ਹੈ ਕਿ ਬਿਨ ਜਪ ਜਾਪ, ਬਿਨ ਦਾ ਅਰਥ ਹੈ ਬਿਨਾਂ, ਜਪ ਤੇ ਜਾਪ ਦੀ ਬਾਣੀ ਤੋਂ ਬਿਨਾਂ ਜੋ ਜੋਵੈ ਪ੍ਰਸਾਦ। ਜਿਹੜਾ ਆਪਣੇ ਮੁਖ ਦੇ ਵਿੱਚ ਕਹਿਣ ਲੱਗੇ ਜਿਹੜਾ ਅੰਨ ਜਲ ਹੈ ਉਹ ਛਕਦਾ ਹੈ, ਸੋ ਵਿਸ਼ਟਾ ਕਾ ਕਿਰਮ ਹੋਏ। ਇਹ ਰਹਿਤਨਾਮੇ ਚ ਲਿਖਿਆ। ਸੋ ਵਿਸ਼ਟਾ, ਵਿਸ਼ਟਾ ਆਪ ਜੀ ਸਮਝਦੇ ਹੋ ਗੰਦਗੀ। ਤੇ ਪਰਸੋਂ ਵੀ ਇੱਕ ਜ਼ਿਕਰ ਆਪ ਜੀ ਨਾਲ ਕੀਤਾ ਸੀ ਗੁਰਬਾਣੀ ਵਿੱਚੋਂ। ਇਹ ਨਹੀਂ ਕਿ ਚਲੋ ਇਹ ਭਾਈ ਪ੍ਰਹਿਲਾਦ ਸਿੰਘ ਨੇ ਕਿਹਾ, ਪਰ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ ਕਿ ਜਿਹੜਾ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਆਪਣੇ ਜੀਵਨ ਵਿੱਚ ਪਹਿਨਦਾ ਤੇ ਖਾਂਦਾ ਹੈ, ਉਹਦੀ ਹਾਲਤ ਇਸ ਤਰ੍ਹਾਂ ਜਿਵੇਂ ਇੱਕ ਕੂਕਰ ਝੂਠੇ ਭਾਂਡੇ ਵਿੱਚ ਮੂੰਹ ਮਾਰਦਾ ਹੋਵੇ। ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਝੂਠਨ ਮੈਂ ਪਾਏ। ਤੇ ਗੁਰਬਾਣੀ ਵਿੱਚ ਵੀ ਤੇ ਇਹੀ ਲਿਖਿਆ ਹੈ। ਤੇ ਇੱਥੇ ਰਹਿਤਨਾਮੇ ਚ ਵੀ ਕਹਿੰਦੇ ਸੋ ਵਿਸ਼ਟਾ ਕਾ ਕਿਰਮ ਹੋਏ, ਜਨਮ ਗਵਾਵੈ ਬਾਦ। ਉਹ ਆਪਣਾ ਜਨਮ ਬੇਅਰਥ ਗਵਾ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਇਹੀ ਕਹਿੰਦੇ ਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇ ਤੂੰ ਉਹਦੇ ਮਾਲਕ ਦੇ ਗੁਣ ਹੀ ਨਹੀਂ ਗਾਏ ਤੇ ਤੂੰ ਆਪਣਾ ਜਨਮ ਅਕਾਰਥ ਕਰ ਲਿਆ। ਜੋ ਗੁਰਬਾਣੀ ਦੇ ਵਿੱਚ ਹੈ ਉਸੇ ਹੀ ਮੁਤਾਬਕ ਇਹ ਵਿਚਾਰ ਆਪਾਂ ਸਮਝਣੀ, ਗੁਰਬਾਣੀ ਤੋਂ ਬਾਹਰ ਹੋ ਕੇ ਨਹੀਂ।
ਗੁਰੂ ਰਾਮਦਾਸ ਮਹਾਰਾਜ ਜੀ ਵੀ ਤੇ ਇਹੀ ਆਪਾਂ ਕਿੰਨੀ ਵਾਰ ਵਿਚਾਰ ਚੁੱਕੇ ਹਾਂ ਕਿ ਜਦੋਂ ਗੁਰੂ ਦਾ ਸਿੱਖ ਉੱਠਦਾ ਹੈ ਤੇ ਉੱਠਦਿਆਂ ਉਹਦੇ ਮੁਖ ਦੇ ਵਿੱਚ ਵਾਹਿਗੁਰੂ ਦਾ ਜਾਪ ਹੋਵੇ। ਉੱਠਦਿਆਂ ਉਹ ਵਾਹਿਗੁਰੂ ਨੂੰ ਧਿਆਵੇ, ਪਰਮੇਸ਼ਵਰ ਨੂੰ ਧਿਆਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ, ਹਰ ਨਾਮ ਧਿਆਵੇ। ਉੱਠਦਿਆਂ ਨਾਮ ਧਿਆਵੇ। ਇਸ ਲਈ ਕਹਿ ਰਹੇ ਨੇ ਕਿ ਗੱਲ ਸੀ ਜਪ ਤੇ ਜਾਪ ਦੀ, ਜਿਹਨੂੰ ਰਹਿਤਨਾਮੇ ਵਿੱਚ ਵੀ ਕਿਹਾ ਗਿਆ ਕਿ ਜਪ ਤੇ ਜਾਪ ਦੀ ਬਾਣੀ ਦਾ ਉਚਾਰਨ, ਉਹਦੇ ਨਾਲ ਜੁੜਨਾ, ਉਹਨੂੰ ਪੜ੍ਹਨਾ ਸਮਝਣਾ ਸਾਡੇ ਵਾਸਤੇ ਜ਼ਰੂਰੀ ਹੈ। ਜੋ ਪਵਿੱਤਰ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਉਹਦੀ ਆਰੰਭਤਾ ਸਤਿਗੁਰੂ ਜੀ ਕਰਦੇ ਨੇ ਇੱਕ ਓੰਕਾਰ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਜਿਹੜੀ ਜਪ ਦੀ ਬਾਣੀ ਦਾ ਉਚਾਰਨ ਕੀਤਾ, ਆਰੰਭਤਾ ਕੀਤੀ ਹੈ, ਉਹ ਇੱਕ ਓੰਕਾਰ ਤੋਂ ਕੀਤੀ ਹੈ। ਇੱਕ ਅਕਾਲ ਪੁਰਖ, ਇੱਕ ਪਰਮੇਸ਼ਵਰ, ਜੋ ਪੂਰਾ ਬ੍ਰਹਿਮੰਡ ਜਿਹੜਾ ਹੈ ਉਹ ਇੱਕ ਦੇ ਹੁਕਮ ਦੇ ਵਿੱਚ ਹੈ। ਔਰ ਜਿੰਨਾ ਵੀ ਅਸੀਂ ਇਹ ਬ੍ਰਹਿਮੰਡ ਵੇਖ ਰਹੇ ਹਾਂ ਉਹਦੇ ਵਿੱਚ ਇੱਕ ਹੀ ਸਮਾਇਆ ਹੋਇਆ ਹੈ। ਉਹ ਇੱਕ ਜਿਹਦੇ ਤੋਂ ਬਿਨਾਂ ਦੂਜਾ ਸੰਸਾਰ ਵਿੱਚ ਕੋਈ ਹੈ ਹੀ ਨਹੀਂ ਹੈ। ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਥਾਂ ਕਿਸੇ ਦੂਜੇ ਨੂੰ ਦੇ ਹੀ ਨਹੀਂ ਸਕਦੇ, ਕਿਉਂਕਿ ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਦੂਜਾ ਹੈ ਹੀ ਕੋਈ ਨਹੀਂ, ਫਿਰ ਉਹਦੀ ਥਾਂ ਕਿਸੇ ਹੋਰ ਨੂੰ ਕਿਵੇਂ ਦੇ ਦਈਏ। ਪਰ ਅਸੀਂ ਦਿੱਤੀਆਂ ਥਾਵਾਂ ਬੜਿਆਂ ਨੂੰ ਦਿੱਤੀਆਂ ਨੇ। ਅਸੀਂ ਰੱਬ ਬੜਿਆਂ ਨੂੰ ਬਣਾ ਕੇ ਉਹਨਾਂ ਨੂੰ ਪੂਜ ਰਹੇ ਹਾਂ, ਮੰਨ ਰਹੇ ਹਾਂ। ਅਸੀਂ ਬੰਦਿਆਂ ਨੂੰ ਹੀ ਰੱਬ ਬਣਾ ਕੇ ਬੈਠੇ ਹਾਂ, ਜਦ ਕਿ ਉਹ ਇੱਕ ਹੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਔਰ ਇੱਕ ਨਾਲ ਹੀ ਅਸੀਂ ਜੁੜਨਾ ਹੈ। ਇੱਕ ਤੋਂ ਹੀ ਗਿਣਤੀ ਸ਼ੁਰੂ ਹੁੰਦੀ ਹੈ, ਇੱਕ ਤੋਂ ਹੀ ਸਾਰੀ ਬਣਤਰ ਹੈ। ਉਹ ਇੱਕ ਵੀ ਹੈ ਤੇ ਅਨੇਕ ਵੀ ਹੈ, ਤੇ ਅਨੇਕ ਤੋਂ ਇੱਕ ਵੀ ਹੈ। ਸਾਰੀਆਂ ਵਿਚਾਰਾਂ ਆਪਾਂ ਜਾਪ ਸਾਹਿਬ ਦੀ ਬਾਣੀ ਚੋਂ ਸਮਝਣੀਆਂ। ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਇੱਕ ਓੰਕਾਰ। ਸਤਿਗੁਰ ਪ੍ਰਸਾਦ, ਜਿਹੜਾ ਸੱਚਾ ਗਿਆਨ ਹੈ ਗੁਰੂ ਦੇ ਰਾਹੀਂ ਮਿਲਦਾ, ਉਹਦੀ ਕਿਰਪਾ ਦੇ ਦੁਆਰਾ ਹੀ ਇੱਕ ਦੀ ਸਮਝ ਆਉਣੀ ਹੈ। ਔਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਆਰੰਭ ਵਿੱਚ ਹੀ ਅਕਾਲ ਪੁਰਖ ਦੀ ਪਰਿਭਾਸ਼ਾ ਦਿੱਤੀ ਹੈ, ਡੈਫੀਨੇਸ਼ਨ ਦਿੱਤੀ ਹੈ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ ਦੇ ਵਿੱਚ ਆਰੰਭ ਵਿੱਚ ਉਹੀ ਗੱਲਾਂ ਸਮਝਾਉਂਦੇ ਆ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਈਆਂ। ਉੱਥੇ ਵੀ ਗੁਰੂ ਸਾਹਿਬ ਨੇ ਆਖਿਆ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਅੱਗੇ ਆਖਿਆ ਗੁਰ ਪ੍ਰਸਾਦ। ਇੱਥੇ ਮਾਰੇ ਕਹਿੰਦੇ ਆ ਸਤਿਗੁਰ ਪ੍ਰਸਾਦ। ਔਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਵੱਖ-ਵੱਖ ਰੂਪ ਦੇ ਵਿੱਚ ਜਿਹੜੇ ਮੰਗਲਾਚਰਨ ਆਏ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਉਹ ਸਤ ਜਿਹੜਾ ਹੈ ਨਾ, ਸਤ ਜਿਹਦੇ ਵਿੱਚ ਗਿਆਨ ਹੈ। ਗੁਰ ਦਾ ਅਰਥ ਹੁੰਦਾ ਗਿਆਨ, ਜਿਹਦੇ ਵਿੱਚ ਸੱਚਾ ਗਿਆਨ ਹੈ। ਉਹ ਕੌਣ ਹੈ? ਉਹ ਹੈ ਸਤਿਗੁਰੂ, ਜਿਹਨੇ ਸਤਿਪੁਰਖ ਨੂੰ ਜਾਣਿਆ। ਸਤਿਪੁਰਖ ਨੂੰ ਜਾਣਨ ਵਾਲਾ ਜਿਹੜਾ ਸੱਚਾ ਗੁਰੂ ਹੈ ਨਾ, ਪ੍ਰਸਾਦ, ਉਹਦੀ ਕਿਰਪਾ ਦੇ ਦੁਆਰਾ, ਉਹਦੀ ਕਿਰਪਾ ਦੇ ਰਾਹੀਂ ਇੱਕ ਅਕਾਲ ਪੁਰਖ ਜੀ ਨਾਲ ਜੁੜਿਆ ਜਾ ਸਕਦਾ ਹੈ। ਸ਼੍ਰੀ ਮੁਖ ਵਾਕ, ਇਹ ਮੁਖ ਵਾਕ, ਇਹ ਜਿਹੜੇ ਬੋਲ ਨੇ ਮੁਖ ਤੋਂ ਨਿਕਲੇ ਹੋਏ ਨੇ, ਇਹ ਕਿਹਦੇ ਨੇ? ਪਾਤਸ਼ਾਹੀ ਦਸਵੀਂ। ਦਸਵੀਂ ਪਾਤਸ਼ਾਹੀ, ਜਿਹੜੀ ਦਸਵੀਂ ਪਾਤਸ਼ਾਹੀ ਹੈ। ਪਹਿਲੀ ਪਾਤਸ਼ਾਹੀ ਕੌਣ ਹੈ? ਗੁਰੂ ਨਾਨਕ ਸਾਹਿਬ। ਤੇ ਅਸੀਂ ਗੁਰਬਾਣੀ ਵਿੱਚ ਉਹਨਾਂ ਪਰਥਾਏ ਪੜ੍ਹਦੇ ਹਾਂ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ। ਉਸ ਮੁਤਾਬਕ ਇੱਥੇ ਅਸੀਂ ਦਸਵੀਂ ਕਹਿਣਾ ਹੈ। ਇੱਥੇ ਲਿਖਿਆ ਭਾਵੇਂ ਗਿਣਤੀ ਦਾ 10 ਹੈ, ਤੇ ਜਦੋਂ ਗਿਣਤੀ ਦਾ 10 ਲਿਖਿਆ ਤੇ ਇਹਦਾ ਅਸੀਂ ਉਚਾਰਨ ਵੀ 10 ਨਹੀਂ ਕਰਨਾ, ਇਹਨੂੰ ਦਸਵੀਂ ਆਖਣਾ ਹੈ। ਕਿਉਂਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਪਹਿਲੀ ਪਾਤਸ਼ਾਹੀ ਤੋਂ 10ਵੀਂ ਪਾਤਸ਼ਾਹੀ ਤੱਕ ਕਾਇਆ ਹੀ ਪਲਟੀ ਹੈ। ਸਿਰਫ ਕਾਇਆ ਦਾ ਮਤਲਬ
ਜਿਵੇਂ ਆਪਾਂ ਕੱਪੜੇ ਬਦਲਦੇ ਹਾਂ, ਅੱਜ ਅਸੀਂ ਚਿੱਟੇ ਰੰਗ ਦੇ ਕੱਪੜੇ ਪਾ ਲਏ, ਕੱਲ ਅਸੀਂ ਪੀਲੇ ਰੰਗ ਦੇ ਪਾ ਲਏ, ਪਰਸੋਂ ਅਸੀਂ ਹੋਰ ਰੰਗ ਦੇ ਪਾ ਲਏ, ਪਰ ਅਸੀਂ ਰੰਗ ਬਦਲ ਦਿੱਤੇ। ਬਾਹਰੋਂ ਅਸੀਂ ਰੰਗ ਜਿਹੜੇ ਆ ਉਹ ਬਦਲੇ, ਪਰ ਅੰਦਰ ਦਾ ਬੰਦਾ ਤੇ ਨਹੀਂ ਨਾ ਬਦਲਿਆ। ਬੰਦਾ ਤੇ ਉਹੀ ਹੈ, ਸਿਰਫ ਚੋਲੇ ਬਦਲੇ, ਕੱਪੜੇ ਬਦਲੇ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹੀ, ਵਿਚਾਰਧਾਰਾ ਉਹੀ ਹੈ, ਸਿਧਾਂਤ ਉਹੀ ਨੇ, ਰਸਤਾ ਉਹੀ ਹੈ, ਸਿਰਫ ਕਾਇਆ ਪਲਟੀ ਹੈ। ਔਰ ਇਹੀ ਗੱਲ ਭਾਈ ਗੁਰਦਾਸ ਜੀ ਨੇ ਵੀ ਆਖੀ ਹੈ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਹਰ ਗੋਬਿੰਦ ਜੀ ਨੂੰ ਸਵਾਰਿਆ ਹੈ, ਬਸ ਕਾਇਆ ਪਲਟ ਕੇ ਜਿਹੜੀ ਜੋਤ ਵਿਚਾਰਧਾਰਾ ਸੀ, ਜਿਹੜੀ ਜੁਗਤੀ ਸੀ, ਉਹ ਹੁਣ ਹਰਗੋਬਿੰਦ ਸਾਹਿਬ ਜੀ ਦੀ ਜ਼ਿੰਮੇਵਾਰੀ ਹੋ ਗਈ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਜ਼ਿੰਮੇਵਾਰੀਆਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਦਿੱਤੀਆਂ ਨੇ। ਸਿਧਾਂਤ ਨਹੀਂ ਬਦਲੇ ਵੀ ਹੁਣ ਤੁਸੀਂ ਆਪਣੇ ਸਿਧਾਂਤ ਵੱਖਰੇ ਚਲਾਓ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਗੁਰੂ ਅਮਰਦਾਸ ਜੀ ਨੂੰ ਸੌਂਪੀਆਂ ਨੇ। ਇਹ ਨਹੀਂ ਆਖਿਆ ਵੀ ਤੁਸੀਂ ਹੁਣ ਆਪਣੀ ਵੱਖਰੇ ਸਿਧਾਂਤ ਲੈ ਕੇ ਚਲਾਓ। ਸਿਧਾਂਤ ਉਹੀ ਚੱਲਿਆ, ਵਿਚਾਰ ਉਹੀ ਚੱਲੀ ਹੈ, ਰਸਤਾ ਉਹੀ ਚੱਲਿਆ। ਇਸ ਲਈ ਪਾਤਸ਼ਾਹੀ ਦਸਵੀਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖ ਤੋਂ ਨਿਕਲੇ ਹੋਏ ਇਹ ਵਾਕ, ਤੇ ਗੁਰੂ ਨਾਨਕ ਸਾਹਿਬ ਨੇ ਦੇਖੋ ਗੱਲਾਂ ਸਮਝ ਕੇ ਚੱਲਣੀਆਂ ਨੇ। ਜੇ ਆਪਾਂ ਵਿਚਾਰ ਜਿਹੜੀ ਹੈ ਗੁਰੂ ਸਾਹਿਬ ਕਰਵਾ ਰਹੇ ਨੇ, ਪਹਿਲੀ ਗੱਲ ਤੇ ਇੱਕ ਬੇਨਤੀ ਹੱਥ ਜੋੜ ਕੇ ਕਿ ਜਿੰਨਾ ਤੁਹਾਡੇ ਕੋਲੋਂ ਹੋ ਸਕੇ, ਜਿੰਨੇ ਤੁਸੀਂ ਆਏ ਮੁਬਾਰਕ ਹੈ, ਤੁਹਾਡਾ ਨੇਮ ਹੈ ਨਿਤ ਦਾ, ਪਰ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਕੋਸ਼ਿਸ਼ ਕਰਿਓ ਕਿ ਜੇ ਗੁਰੂ ਘਰ ਵਿੱਚ ਦਰਬਾਰ ਦੇ ਵਿੱਚ ਆ ਕੇ, ਸੰਗਤ ਦੇ ਵਿੱਚ ਆ ਕੇ ਬੈਠ ਸਕਦੇ ਹੋ ਤੇ ਇਸ ਤੋਂ ਵੱਧ ਹੋਰ ਕੋਈ ਵੀ ਜਿਹੜੀ ਹੈ ਉਹ ਬਖਸ਼ਿਸ਼ ਨਹੀਂ। ਮੁਬਾਰਕ ਹੈ ਤੁਹਾਡਾ, ਕਿਉਂਕਿ ਜਿਹੜੇ ਤਾਂ ਦੂਰ ਦੂਰ ਤੱਕ ਹੈ ਉਹਨਾਂ ਦਾ ਤੇ ਮੁਸ਼ਕਲ ਹੈ, ਪਰ ਜਿਹੜੇ ਆਸ-ਪਾਸ ਜਿੱਥੋਂ ਤੱਕ ਪਹੁੰਚ ਬਣ ਸਕਦੀ ਹੈ ਆ ਸਕਦੇ ਉਹ ਜ਼ਰੂਰ ਆਇਆ ਕਰੋ। ਸੰਗਤ ਵਿੱਚ ਬੈਠ ਕੇ ਰਸ ਤੇ ਘਰ ਦੇ ਵਿੱਚ ਬੈਠ ਕੇ ਵੀ ਮਿਲਣਾ ਹੈ, ਪਰ ਉਹਦੇ ਨਾਲੋਂ ਕਈ ਗੁਣਾ ਵੱਧ ਸੰਗਤ ਵਿੱਚ ਬੈਠ ਕੇ ਰਸ ਮਿਲਣਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਮੁੱਖ ਵਾਕ ਇੱਥੇ ਆਖਿਆ, ਇਹ ਜਿਹੜੇ ਮੁੱਖ ਤੋਂ ਵਾਕ ਨਿਕਲੇ ਨੇ ਇਹ ਸ਼੍ਰੀ ਦੇ ਨੇ। ਸ਼੍ਰੀ ਕੌਣ ਹੈ? ਸ਼੍ਰੋਮਣੀ। ਸ਼੍ਰੋਮਣੀ ਕੌਣ ਹੈ? ਪਰਮੇਸ਼ਵਰ। ਸ਼੍ਰੀ ਦਾ ਅਰਥ ਵੈਸੇ ਅਸੀਂ ਕਰਦੇ ਹਾਂ ਜਿਹੜਾ ਲక్ష్ਮੀ ਦਾ ਪਤੀ ਹੈ, ਜਿਹੜਾ ਮਾਇਆ ਦਾ ਪਤੀ ਹੈ, ਜਿਹਨੂੰ ਮਾਧੋ ਵੀ ਕਿਹਾ, ਗੁਰਬਾਣੀ ਵਿੱਚ ਮਾਧੋ ਆਇਆ। ਇਸੇ ਉਹ ਮਾਧੋ ਦਾ ਅਰਥ ਕੀ ਹੈ? ਜਿਹੜਾ ਇਹ ਤ੍ਰੈ ਗੁਣੀ ਮਾਇਆ ਦਾ ਮਾਲਕ ਹੈ। ਸ਼੍ਰੀ ਮੁੱਖ ਵਾਕ ਦਾ ਅਰਥ ਹੈ ਵੀ ਉਹ ਜਿਹੜਾ ਸ਼੍ਰੀ ਅਕਾਲ ਪੁਰਖ ਪਰਮੇਸ਼ਵਰ ਹੈ ਨਾ, ਸ਼੍ਰੋਮਣੀ, ਉਹਨੇ ਮੁੱਖ ਤੋਂ ਇਹ ਵਾਕ ਜਿਹੜੇ ਆ ਇਹ ਉਚਾਰਨ ਕਰਵਾਏ ਨੇ। ਤੇ ਗੁਰੂ ਨਾਨਕ ਸਾਹਿਬ ਨੇ ਵੀ ਤੇ ਇਹੀ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਗੁਰੂ ਸਾਹਿਬ ਨੇ ਵੀ ਉਹੀ ਕਿਹਾ। ਅਸੀਂ ਕਿਵੇਂ ਕਹਿ ਦਾਂਗੇ ਗੁਰੂ ਨਾਨਕ ਸਾਹਿਬ ਹੋਰ ਤੇ ਗੁਰੂ ਗੋਬਿੰਦ ਸਿੰਘ ਹੋਰ? ਸਾਡੀ ਸੋਚ ਨੇ ਜਾਂ ਕੁਝ ਸ਼ਰਾਰਤੀ ਅਨਸਰ ਜਿਹੜੇ ਨੇ ਉਹਨਾਂ ਨੇ ਸਾਡੇ ਵਿੱਚ ਵੰਡੀ ਪਾ ਦਿੱਤੀ, ਸਾਨੂੰ ਜਿਹੜਾ ਵੱਖਰਾ ਵੱਖਰਾ ਰੂਪ ਬਿਆਨ ਕਰਕੇ ਦੱਸਿਆ। ਔਰ ਸਾਡਾ ਦੁਖਾਂਤ ਹੈ ਕਿ ਕਈ ਸਕੂਲ ਵਿੱਚ ਤਾਂ ਪੜ੍ਹਾਈ ਵੀ ਇਸ ਤਰ੍ਹਾਂ ਦੀ ਪੜ੍ਹਾਈ, ਔਰ ਅਸੀਂ ਉਹਨਾਂ ਨੂੰ ਰੋਕ ਵੀ ਨਾ ਪਾਏ। ਇਹ ਤੇ ਉਦੋਂ ਹੀ ਰੋਕ ਦਿੱਤਾ ਜਾਂਦਾ ਜਦੋਂ ਇਹਦੀ ਛਪਾਈ ਕਿਤਾਬਾਂ ਦੀ ਬੁੱਕ ਛਪਣੀ ਸ਼ੁਰੂ ਹੁੰਦੀ ਹੈ। ਉਹਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਸ ਤਰ੍ਹਾਂ ਦਾ ਰੂਪ ਬਿਆਨ ਕੀਤਾ ਹੈ, ਇਹ ਤੇ ਉਦੋਂ ਹੀ ਉਹਨੂੰ ਰੋਕ ਲਾਉਣੀ ਚਾਹੀਦੀ ਸੀ, ਪਰ ਨਹੀਂ ਲੱਗ ਸਕੀ। ਸਕੂਲਾਂ ਤੱਕ ਪਹੁੰਚ ਗਈ, ਬੱਚਿਆਂ ਤੱਕ, ਕਈਆਂ ਤੱਕ ਪੜ੍ਹਾਈ ਵੀ ਗਈ, ਪਰ ਜਿਹੜਾ ਅਸਲ ਰੂਪ ਸੀ ਉਹ ਉਹਦੇ ਵਿੱਚ ਬਿਆਨ ਨਹੀਂ ਕੀਤਾ ਗਿਆ। ਜੋ ਬਿਆਨ ਨਹੀਂ ਸੀ ਕਰਨਾ ਚਾਹੀਦਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਉਹਦੇ 'ਚ ਬਿਆਨ ਕੀਤਾ। ਇਹ ਅੱਗੋਂ ਫਿਰ ਪੜ੍ਹਨ ਵਾਲੇ ਬੱਚਿਆਂ ਦੇ ਦਿਮਾਗ 'ਚ ਕੀ ਬੈਠੇਗਾ? ਇਹ ਗੱਲਾਂ ਦੀ ਸਾਨੂੰ ਲੋੜ ਹੈ, ਜ਼ਰੂਰਤ ਹੈ ਕਿ ਅਸੀਂ ਇਹਨਾਂ ਵੱਲ ਵੀ ਧਿਆਨ ਦਈਏ। ਖੈਰ, ਜਿਹੜੀ ਗੱਲ ਸੀ ਕਿ ਗੁਰੂ ਸਾਹਿਬ ਕਹਿੰਦੇ ਇਹ ਮਾਲਕ ਦੀ ਬਾਣੀ ਹੈ, ਇਹ ਉਹਨੇ ਮੁਖ ਤੋਂ ਉਚਾਰਨ ਕੀਤੀ ਹੈ, ਜਾਂ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਇਹ ਬਾਣੀ ਧੁਰੋਂ ਆਈ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਮੇਰੇ ਮੁਖ ਤੋਂ ਵਾਕ ਨਿਕਲਣ ਲੱਗੇ ਹੈ ਨਾ, ਇਹ ਵਾਕ ਮੇਰੇ ਨਹੀਂ ਹੈ, ਇਹ ਸ਼੍ਰੀ ਅਕਾਲ ਪੁਰਖ ਦੇ ਨੇ।
जो ये संसार का मालिक है, जो ये पूरी दुनिया का मालिक है, जो ये सारी सृष्टि का सिरजणहार है, ये वाक उहदे ने, मुख मेरा। देखो अगे भी एक दिन जिक्र किया सी, ये गल्लां समझ के चलांगे फिर जाप शुरू होना है। एक दिन जिक्र किया सी कि सतगुरु महाराज जी दी बाणी आपां पढ़दे हां, एक शब्द आउंदा है बाणी, एक आउंदा है गुरबाणी। जिहड़ी धुरों आ रही है अकाल पुरख दे घर विचों वो है बाणी, ते जदों मुख चों निकल रही है वो है गुरबाणी, क्योंकि गुरु दे राही ये बाणी सानू मिल रही है ना, इसलिए ये गुरबाणी है। तो गुरु साहब जी ने आरंभ विच आख्या जाप जिहड़ा बाणी दा नाम है। जाप आप जी समझ गए कि पहला जप मन नू शांत करन वास्ते है, जदों मन शांत होएगा तो अगे जाप फिर टिके हुए मन विच जाप चलेगा। ये बाणी का नाम रख दिता जाप। श्री मुख वाक पातशाही दसवीं मुख वाक गुरु कलगीधर पातशाह दसवें पातशाह दे मुखारबिंद तो उचारण होए ने। छपै छंद, ये छंद रूप विच है और इहदा नाम छंद दा है छपै। और इस छपै छंद दे विच तुसीं जदों हुण पाठ करोगे तां वेखियो 6 पंक्तियां ने। जदों आपां पाठ करांगे ते इह जिहड़ा छंद है इस छंद विच 6 पंक्तियां आउंदियां ने। इस जिहड़ी छंद दी चाल है उहदा नाम है छपै छंद। ते जदों सतगुरु उचारण करन लगे फिर आख्या तब प्रसाद। तब हल्का जा वावे दी आवाज देनी है, भरमी भी नहीं देनी, क्योंकि वावा पैर विच लगा है, पूरा वावा नहीं है। इनू अद्धा वावा कहंदे ने। अद्धा हल्की आवाज दे विच, भार दे के जोर दे के नहीं। वो उदों हुंदा जे पूरा वावा नाल लगा हुंदा। तां ये कह रहे ने भी जो भी मुख तो वाक निकलण लगे ने, जो भी उस्तत अकाल पुरख दी होण लगी है, जिहड़ा भी जाप हुण चलण लगा है, ये उहदी किरपा दे नाल है। पहला आख्या सी एक अकाल पुरख दी जिहड़ी प्राप्ति है वो सतगुर दे द्वारा है। हुण जिहड़े ये बोल अगों तुहाडे तक पहुंचण लगे ने, ये उस मालिक दी तेरी किरपा दे सदका है। अकाल पुरख उन्हां नूं कह रहे हैं भी तुहाडी किरपा। गुरु गोबिंद सिंह महाराज अकाल पुरख जी नूं कह रहे ने कि तुहाडी किरपा दे द्वारा, तुहाडी रहमत दे द्वारा, तुहाडे सदके ही ये मुख वाक जिहड़े आ मुख तो वाक उचारण होण लगा है। इत्थे फिर हुण आरंभ हुंदा है उस अकाल पुरख वाहिगुरू दी पछाण कराउण लगे ने कि जिन्हों असीं तस्वीर दे राही किसे शकल सूरत राही नहीं पहचानना, जिन्हों असीं अनुभव करके महसूस करके पछानना है। क्योंकि अकाल पुरख की कोई तस्वीर नहीं है ते ना कोई बना सकता है। उहदी कोई मूर्त नहीं बना सकता, ना उहदी तस्वीर कोई बना सकता है। हाँ अपने अपने अंदाजा ला के कह दांगे उहदियां अखां इदां दियां ने, मेरा सुंदर स्वामी जी, वो मेरा स्वामी बड़ा सुंदर है, उहदे नैन इस तरह दे ने, उहदा चेहरा इस तरह दा है, उहदा रूप इस तरह दा, वो साडा अंदाजा है कि इस तरह हो सकता है, पर असलीयत विच वो किदां दा है वो कोई भी नहीं जानता। इसलिए गुरु कलगीधर पातशाह ने फिर किरपा की। महाराज कहते चक्कर चहन अर बरन जात अर पात नहन जह। जह जिसदा, जह दा अर्थ है जिसदा, किदा एक ओंकार, एक अकाल पुरख। एक अकाल पुरख वाहिगुरु कहण लगे जिदा चक्कर चेहन अर बरन। चक्कर कहंदे आ जिवें तुसीं वेखो आम तौर ते अज तां छोटे बच्चे तो लैके बजुर्ग तक सारियां नूं पता है कि साडे फिंगर प्रिंट्स जिहड़े आ वो लए जांदे ने। ते जदों तुसीं अपना अंगूठा लाउंदे हो ना स्टैंप दी जगह ते देखो उहदे विच तुहानूं निशान नज़र आउणगे। उहदे विच तुहानूं कई तरह दे निशान जिहड़े आ वो चक्कर दे रूप विच नज़र आण। और हैरानी वाली गल है
कि किसी का भी निशान किसी नाल नहीं मिलता। कितनी दुनिया अज दुनिया की गिणती कित्थे तक पहुंच गई है, अरबां तक दुनिया जिहड़ी है वो पहुंच गई है, पर अज भी किसी का फिंगर प्रिंट जिहड़ा है वो किसी दूजे नाल मैच नहीं करता। कैसे कमाल की बनतर उस मालिक ने साडे, हालांकि हथ की रेखा जिहड़ी है वो वखरी गल है, वो अगे रेख आएगा। ये तो सिर्फ हजे जिहड़ा इस हथ की जिहड़ी चमड़ी है उहदे उत्ते जिहड़ियां बरीक बरीक जिहड़ियां लाइनां वाहियां गईयां ने, तुसीं अपना अंगूठा ही वेख लो, जदों आपां किते अंगूठा आपां लाउंदे आ जां कोई आधार कार्ड असीं बनाउंदे आ ते उत्थे वो वरतिया जांदा है ते वो निशान बन जांदा है। वो बनाउण वाला कौन है? एक दिन यह भी बेनती की सी भी आपां जने खणे नूं हथ दिखाउण लग जांदे आ कि मेरा हथ वेख के दस्सिओ तां मेरे हथ दे विच की लिखिआ, रेखावां की कहंदियां ने, पर जिन्हों दिखा रहे हो कि उन्हें बनाईआं तुहाडीआं। जिन्हों असीं जने खणे नूं हथ दिखा रहे हैं कि उन्हें साडे हथ दीआं लकीरां उन्हें बनाईआं ने, उन्हें ते अपने हथ दीआं नहीं बनाईआं। बनाउण वाला ते एक अकाल पुरख सी, जिन्हें बनाया सी उहदे अगे हथ जोड़ने सी, पर जिन्हें बनाया उहदे हथ अगे जोड़न की बजाय असीं बंदे अगे हथ दिखाउंदे फिरदे हां। ये साडा दुखांत है, ये साडी ना समझी है, समझ नहीं है सानूं। कह लगे जिन्हें तुहाडे इन्हां हत्थां दी उंगलां ते जिहड़े चक्कर बनाए ने उहदा अपना कोई ऐसा चक्कर नहीं है, उहदा कोई अपना ऐसा चक्कर नहीं है। इसलिए चिन्ह का अर्थ हुंदा जिहड़े निशान हुंदे ने, उहदा कोई ऐसा निशान नहीं है। ये सारे निशान उहदे ही ने। गावे को दात जाने निशान, जिहड़ियां उन्हें दातां दित्तियां ने उहदियां दित्तियां होईयां निशानियां नूं वेख के ही उहदे गुण गाउने आ। जिहड़ियां निशानियां ने, निशान ने उहदियां दातां दित्तियां होईयां दे, उहनूं वेख के ही गुण गाउने आ। पर जिन्हें सानू दातां दे के उहदे एक निशान बनाए, उहदा अपना कोई निशान नहीं है, उहदा कोई चक्कर नहीं है, उहदा कोई अपना निशान नहीं है। और वर्ण कहंदे रंग नूं, उहदा अपना कोई रंग नहीं। सबे रंग नारायण है, सारे रंग उस नारायण अकाल पुरख दे ने, पर उहदा अपना कोई रंग नहीं है। वो सारे ही रंगां तो रहत है। जिहदे नाल असीं जुड़ना है, पर किवें जुड़ना है? महाराज कहंदे पहलां ते यही समझ लो, तुहानूं चक्कर भी बना के विखाए, तुहानूं निशान भी बना के विखाए, तुहानूं रंग भी बना के विखा दिता, असीं उसे ही चक्कर व्यूह विच फस गए। पर जद कि अकाल पुरख दा अपना कोई चक्कर ही नहीं, उहदा कोई अपना निशान ही नहीं, उहदा कोई अपना वखरा रूप रंग ही नहीं है। फिर असीं किवें ये जुड़ गए? क्योंकि सानू वो जाल विच फसा दिता। असीं जिवें सानू चक्कर व्यूह बना के दिता, असीं उहदे विच चले गए। और जो साडे दिमाग विच गल बिठा दित्ती, असीं उही लैके चलदे हां। पर जदों भगत जन जिन्हां नूं भगती दा जाग लगा, उन्हां ने फिर उन्हां दा बाईकाट कीता। उन्हां आख्या नहीं, सानू ये तुहाडीआं गल्लां मंजूर नहीं, क्योंकि असीं जिस रब नूं महसूस करदे हां वो तुहाडा बनाया रब ते उहदे बराबर ही कर ही नहीं सकदा। कबीर जी ने कहा, कबीर साहब कहंदे जिहड़ा तुसीं रब दिखाउंदे हो ये वो रब नहीं है, जिहड़ा रब असीं महसूस करदे हां वो ते इदां दिखाया ही नहीं जा सकदा। नामदेव जी ने भी कहा, नामदेव जी ने ते बड़ी गहरी चोट दे दी। आज नामे बीठल देखिया मूर्ख को समझाओ रे। कहन लगे हो मूर्खो, तुसी लोकां नूं मूर्ख बना रहे हो। किहड़े रब दीआं गल्लां करदे हो? उहनूं ते अनुभव करना है, तुसी उहनूं दिखा रहे हो, पर वो इदां दिखाया ही नहीं जा सकदा। वो इस तरह दिखाया ही नहीं जा सकदा। रविदास जी नूं समझ आ गई, नामदेव जी नूं आ गई, धन्ना जी नूं आ गई। अज भी असीं धन्ना जी नूं पत्थर नाल ही जोड़ी जमे आ, क्योंकि साडे दिमाग विच वो कहानी फिट कर दित्ती गई ना। पर वो जिहड़ी गल सानू गुरबाणी विच दसी भी, धन्ना जी नूं जाग किवें लग गया? जदों उन्हां ने भगतां दा जीवन सुनिया,
ਜਦੋਂ ਉਹਨਾਂ ਨੇ ਭਗਤਾਂ ਦੇ ਜੀਵਨ ਨੂੰ ਪੜ੍ਹਿਆ ਸੁਣਿਆ, ਇਹ ਬਿਧ ਸੁਣ ਕੇ ਜਾਠਰੋ ਉੱਠ ਭਗਤੀ ਲਾਗਾ। ਇਹ ਸੁਣ ਆ ਜਿਹੜੀਆਂ ਵਿਚਾਰਾਂ ਸੀ ਭਗਤਾਂ ਦੀਆਂ ਸੁਣ ਕੇ ਤਾਂ ਉਹ ਉੱਠ ਕੇ ਭਗਤੀ ਵੱਲ ਲੱਗਾ। ਅਸੀਂ ਆਖਿਆ ਨਹੀਂ, ਉਹ ਪੱਥਰ ਵਿੱਚੋਂ ਰੱਬ ਪਾਇਆ। ਪਰ ਜਿਨ੍ਹਾਂ ਦੇ ਦਿਮਾਗ ਵਿੱਚ ਉਹ ਕਹਾਣੀ ਫਿੱਟ ਹੋ ਗਈ, ਉਹ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਨਹੀਂ, ਅਸੀਂ ਤੇ ਪੱਥਰ ਵਿੱਚੋਂ ਹੀ ਰੱਬ ਪਵਾਉਣਾ ਹੈ। ਪਰ ਗੁਰਬਾਣੀ ਦੇ ਵਿੱਚ ਜੋ ਭਗਤ ਜਨ, ਚਲੋ ਆਪਾਂ ਕਿਸੇ ਦੀ ਨਾ ਮੰਨੀਏ, ਜਿਹੜੇ ਭਗਤ ਜਨ ਆਪ ਬੋਲ ਰਹੇ ਨੇ ਗੁਰਬਾਣੀ ਵਿੱਚ, ਉਹਨਾਂ ਦੀ ਤੇ ਆਪਾਂ ਮੰਨ ਲਈਏ। ਉਹਨਾਂ ਆਖਿਆ ਨਹੀਂ, ਜੋ ਤੁਸੀਂ ਸਾਨੂੰ ਰੱਬ ਬਣਾ ਕੇ ਦਿਖਾ ਰਹੇ ਹੋ, ਅਸੀਂ ਇਹਦਾ ਬਾਈਕਾਟ ਕਰਦੇ ਹਾਂ, ਅਸੀਂ ਨਹੀਂ ਮੰਨਦੇ, ਕਿਉਂਕਿ ਉਹ ਜਿਹੜਾ ਅਸਲ ਵਿੱਚ ਰੱਬ ਹੈ ਉਹਦਾ ਤੇ ਕੋਈ ਰੰਗ ਹੀ ਨਹੀਂ ਹੈ, ਉਹਦਾ ਤੇ ਕੋਈ ਨਿਸ਼ਾਨ ਹੀ ਨਹੀਂ ਹੈ, ਉਹਦਾ ਤੇ ਕੋਈ ਚੱਕਰ ਹੀ ਨਹੀਂ ਹੈ। ਇਸ ਲਈ ਜਦੋਂ ਆਪਾਂ ਪੜ੍ਹਨਾ ਇੰਨੇ ਪਿਆਰ ਵਿੱਚ ਭੇਜ ਕੇ, ਇਹ ਅਸਲ ਵਿੱਚ ਫਿਰ ਬਾਰ-ਬਾਰ ਬੇਨਤੀ ਕਰ ਰਹੇ ਹਾਂ, ਇਹ ਜਾਪ ਤਾਂ ਚੱਲਣਾ ਜੇ ਮਨ ਸ਼ਾਂਤ ਹੋਏਗਾ। ਤੇ ਮਨ ਨੂੰ ਸ਼ਾਂਤ ਕਰਨ ਲਈ ਪਹਿਲਾਂ ਜਪ ਦੀ ਬਾਣੀ ਦਿੱਤੀ ਹੈ, ਇਹ ਮਨ ਸ਼ਾਂਤ ਕਰੋ ਆਪਣਾ। ਜਦੋਂ ਤੁਹਾਡਾ ਮਨ ਸ਼ਾਂਤ ਹੋਏਗਾ, ਜਾਪ ਆਪਣੇ ਆਪ ਚੱਲੇਗਾ, ਆਪਣੇ ਆਪ। ਫਿਰ ਉਹਦੇ ਵਿੱਚੋਂ ਰਸ ਵੀ ਆਪਣੇ ਆਪ ਜਿਹੜਾ ਉਹ ਬਣ ਜਾਏਗਾ। ਪਹਿਲੇ ਚੱਲਣਾ ਹੀ ਔਖਾ ਨਾ, ਬੱਚੇ ਦਾ ਪੈਰ ਜ਼ਮੀਨ ਤੇ ਰੱਖਣਾ ਹੀ ਔਖਾ ਹੁੰਦਾ ਹੈ। ਜਦੋਂ ਉਹ ਰੱਖਣਾ ਤੁਰ ਚ ਫਿਰ ਭੱਜਿਆ ਫਿਰਦਾ ਹੈ। ਪਹਿਲੇ ਪਹਿਲ ਔਖਾ ਹੁੰਦਾ ਨਾ, ਬੱਚਾ ਪੈਰ ਨਹੀਂ ਰੱਖਦਾ ਜ਼ਮੀਨ ਤੇ, ਡਿੱਗ ਜਾਂਦਾ ਹੈ, ਫਿਰ ਉੱਠਦਾ, ਫਿਰ ਡਿੱਗ ਜਾਂਦਾ ਹੈ। ਬਸ ਅਸੀਂ ਵੀ ਇਸੇ ਤਰ੍ਹਾਂ ਜਪ ਦੀ ਬਾਣੀ ਦੇ ਵਿੱਚ ਇੱਕ ਇੱਕ ਪੌੜੀ ਨੂੰ ਜਿਹੜਾ ਚੜ੍ਹ ਕੇ ਉਸ ਮੰਜ਼ਿਲ ਤੇ ਪਹੁੰਚਣਾ ਜਿੱਥੇ ਮਨ ਬਿਲਕੁਲ ਸ਼ਾਂਤ, ਫਿਰ ਆਪਣੇ ਆਪ ਹੀ ਜਾਪ ਚੱਲੇਗਾ, ਤੇ ਚਲਾਉਣ ਦੀ ਲੋੜ ਨਹੀਂ। ਸਭ ਕਹਿੰਦੇ ਚੱਕਰ ਚਹਿਨ ਹਰ ਬਰਨ, ਜਾਤ ਅਰ ਪਾਤ ਨਹਨ ਜਹ। ਜਿਸ ਅਕਾਲ ਪੁਰਖ ਨਾਲ ਤੁਸੀਂ ਜੁੜਨਾ ਹੈ ਨਾ, ਉਸ ਅਕਾਲ ਪੁਰਖ ਦਾ ਕੋਈ ਉਹਦੀ ਜਾਤ ਵੀ ਨਹੀਂ ਹੈ ਤੇ ਕੋਈ ਉਹਦੀ ਪਾਤ ਵੀ ਨਹੀਂ ਹੈ। ਜਾਤ ਚਾਰ ਵਰਨਾਂ ਵਿੱਚ ਵੰਡਿਆ ਗਿਆ ਨਾ ਸਾਨੂੰ, ਤੇ ਪਾਤ ਦਾ ਅਰਥ ਹੁੰਦਾ ਕੁੱਲ, ਬਰਾਦਰੀ। ਕਿੰਨੀਆਂ ਬਰਾਦਰੀਆਂ ਨੇ, ਤੇ ਸਾਨੂੰ ਇੱਕ ਹੀ ਮਨੁੱਖ ਨੂੰ ਕਿੰਨੇ ਹਿੱਸੇ 'ਚ ਵੰਡ ਦਿੱਤਾ ਗਿਆ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਅੱਗੋਂ ਜਿੰਨੀਆਂ ਬਰਾਦਰੀਆਂ ਨੇ ਕਿੰਨੀਆਂ ਨੇ। ਅਸੀਂ ਆਪਣੀ ਆਪਣੀ ਬਰਾਦਰੀ 'ਚ ਵੰਡੇ ਗਏ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਕਿ ਹੱਥ ਜੋੜ ਕੇ ਬੇਨਤੀ ਹੈ, ਗੁਰੂ ਘਰ ਬਰਾਦਰੀ ਦੇ ਨਾਮ ਤੇ ਨਾ ਬਣਾਓ। ਗੁਰੂ ਘਰ ਨੂੰ ਆਪਣੀਆਂ ਆਪਣੀਆਂ ਬਰਾਦਰੀਆਂ ਵਿੱਚ ਨਾ ਵੰਡੋ, ਕਿਉਂਕਿ ਗੁਰੂ ਇਮਾਰਤ ਵੰਡ ਲਓਗੇ, ਗੁਰੂ ਗ੍ਰੰਥ ਸਾਹਿਬ ਨਹੀਂ ਵੰਡ ਸਕੋਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਵੰਡ ਸਕੋਗੇ। ਉੱਥੇ ਕਿਹੜੀ ਕਿਹੜੀ ਬਰਾਦਰੀ ਦੀ ਬਾਣੀ ਲੈ ਕੇ ਬੈਠੋਗੇ? ਇਮਾਰਤਾਂ ਤੇ ਵੰਡ ਲਈਆਂ ਆਪਾਂ। ਇਸ ਲਈ ਸਤਿਗੁਰੂ ਜੀ ਕਹਿੰਦੇ ਉਹਦੀ ਕੋਈ ਜਾਤ ਨਹੀਂ ਹੈ, ਉਹਦੀ ਕੋਈ ਕੁੱਲ ਨਹੀਂ ਹੈ, ਉਹਦੀ ਕੋਈ ਆਪਣੀ ਕੋਈ ਖਾਸ ਬਰਾਦਰੀ ਨਹੀਂ ਹੈ। ਇਹ ਤਾਂ ਇੱਕ ਸਾਡੇ ਦਿਮਾਗ ਦੀ ਉਪਜ ਨੇ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ, ਖੱਤਰੀ, ਬ੍ਰਾਹਮਣ, ਸ਼ੂਦ, ਵੈ। ਅੱਜ ਵੀ ਜਦੋਂ ਸਾਡਾ ਲੇਖਾ ਹੋਣਾ ਉਹਦੇ ਕਚਹਿਰੀ ਦੇ ਵਿੱਚ, ਤੇ ਉੱਥੇ ਜਾਤ ਨਹੀਂ ਪੁੱਛੀ ਜਾਣੀ, ਕੁੱਲ ਨਹੀਂ ਦੇਖੀ ਜਾਣੀ, ਬਰਾਦਰੀ ਨਹੀਂ ਦੇਖੀ ਜਾਣੀ, ਤੂੰ ਕਿਹੜੀ ਬਰਾਦਰੀ ਨਾਲ ਜੁੜਿਆ ਹੋਇਆ। ਇਹੀ ਆਪਾਂ ਵਿਚਾਰ ਕੇ ਆਏ ਆ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਬਸ ਚੰਗਿਆਈਆਂ ਤੇ ਬੁਰਿਆਈਆਂ ਜੋ ਤੇਰੇ ਦਿਮਾਗ ਵਿੱਚ ਚੰਗਿਆਈਆਂ ਤੇ ਬੁਰਿਆਈਆਂ ਨੇ, ਉਹੀ ਦੇਖੀਆਂ ਜਾਣੀਆਂ, ਤੇਰੀ ਸ਼ਕਲ ਸੂਰਤ ਨਹੀਂ ਦੇਖੀ ਜਾਣੀ। ਤੇਰਾ ਉੱਥੇ ਕਾਰੋਬਾਰ, ਤੇਰਾ ਬਾਹਰ ਦਾ ਰੁਤਬਾ ਤੇ ਨਾਮਣਾ ਨਹੀਂ ਉੱਥੇ ਚੱਲਣਾ। ਉੱਥੇ ਤਾਂ ਚੰਗਿਆਈਆਂ ਤੇ ਬੁਰਿਆਈਆਂ ਨੇ। ਇਸ ਕਿਉਂ? ਕਿਉਂਕਿ ਉਹ ਆਪ ਕਿਸੇ ਜਾਤ ਤੇ ਕਿਸੇ ਬਰਾਦਰੀ 'ਚ ਨਹੀਂ ਹੈ। ਕੋਈ ਉਹਦੀ ਜਾਤ ਨਹੀਂ, ਕੋਈ ਉਹਦੀ ਬਰਾਦਰੀ ਨਹੀਂ ਹੈ। ਨਾਹਿਨ ਜਹ, ਜਿਸ ਦੀ ਜਾਂ ਜਿਸ ਦਾ ਕੋਈ ਚੱਕਰ ਨਹੀਂ, ਚਿਹਨ ਨਹੀਂ, ਵਰਨ ਨਹੀਂ। ਵਰਨ ਕਹਿੰਦੇ ਰੰਗ ਨਹੀਂ ਹੈ। ਜਿਹਦੀ ਕੋਈ ਜਾਤ ਦੇ ਤੱਤੇ ਨੂੰ ਸਿਆਰੀ ਜਾਤੀ ਨਹੀਂ ਹੈ, ਜਿਹਦੀ ਕੋਈ ਵੀ ਬਰਾਦਰੀ ਜਿਹੜੀ ਆ ਉਹ ਨਹੀਂ, ਪਾਤ ਤੱਤੇ ਨੂੰ ਸਿਆਰੀ ਬਰਾਦਰੀ, ਕਿ ਉਹਦੀ ਕੋਈ ਵੀ ਬਰਾਦਰੀ ਜਿਹੜੀ ਆ ਉਹ ਨਹੀਂ ਹੈ। ਰੂਪ ਰੰਗ ਅਰ ਰੇਖਾ, ਭੇਖ ਕੋ ਕਹਿ ਨ ਸਕਤ ਕਹਿ। ਸਾਹਿਬ ਜੀ ਕਹਿੰਦੇ ਭੇਖ ਕਉ ਪੜ੍ਹਨਾ, ਕੱਕੇ ਨੂੰ ਹੋੜਾ ਲੱਗਾ ਤੇ ਊੜੇ ਨੂੰ ਥੱਲੇ ਜਿਹੜੀ ਆ ਉਹ ਦੁਲੈਂਕੜ ਲੱਗੀ ਹੈ। ਕਹਿੰਦੇ ਉਸ ਦਾ ਕਿਸੇ ਵਿੱਚ ਵੀ ਇੰਨੀ ਸਖਤ ਸ਼ਕਤੀ ਨਹੀਂ, ਪਾਵਰ ਨਹੀਂ ਹੈ
ਕਿਸੇ ਦਾ ਵੀ ਇੰਨਾ ਦਿਮਾਗ ਤੇਜ਼ ਨਹੀਂ ਹੈ ਕਿ ਜਿਹੜਾ ਉਹਦਾ ਕੋਈ ਰੂਪ ਰੰਗ ਰੇਖ ਭੇਖ ਦੱਸ ਸਕੇ। ਉਹ ਕਿਹੜੇ ਰੂਪ ਦੇ ਵਿੱਚ ਹੈ? ਆ ਸਾਰੇ ਰੂਪ ਉਹਦੇ ਹੀ ਨੇ। ਜਿੰਨੀ ਕੁਦਰਤ ਵਿੱਚ ਆਪਾਂ ਵੇਖ ਰਹੇ ਹਾਂ, ਸਾਰੀ ਕੁਦਰਤ ਉਹਦੀ ਹੋਈ ਹੈ। ਉਹ ਸਾਰੇ ਰੂਪ ਉਹਦੇ ਹੀ ਬਣਾਏ ਹੋਏ ਨੇ, ਪਰ ਉਹਦਾ ਆਪਣਾ ਕੋਈ ਰੂਪ ਨਹੀਂ ਹੈ। ਅਸੀਂ ਸਰੀਰ, ਜਿਹਦਾ ਆਕਾਰ ਹੈ ਉਹਦਾ ਹੀ ਰੂਪ ਹੈ ਨਾ। ਜਿਹਦਾ ਆਕਾਰ ਹੀ ਨਹੀਂ, ਉਹਦਾ ਰੂਪ ਵੀ ਨਹੀਂ ਹੈ। ਇੱਕ ਦਿਨ ਇਹ ਵੀ ਜ਼ਿਕਰ ਕੀਤਾ, ਕਿਉਂਕਿ ਗੱਲਾਂ ਉਹੀ ਰਿਪੀਟ ਹੋਣੀਆਂ ਨੇ। ਅੱਜ ਤਰੱਕੀ ਕਰ ਲਈ ਹੈ ਆਪਾਂ, ਦਿਮਾਗ ਦੇ ਵਿੱਚ ਬਰੀਕ 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 ਨਾੜੀਆਂ ਵੀ ਆਪਾਂ ਦੇਖ ਸਕਦੇ ਹਾਂ ਕਿ ਕਿੰਨੀਆਂ ਬਰੀਕ ਬਰੀਕ ਨਾੜੀਆਂ ਨੇ ਸਾਡੇ ਦਿਮਾਗ ਵਿੱਚ। ਪਰ ਜਿਹੜਾ ਅੰਦਰ ਉਹ ਮਾਈਂਡ, ਦਿਮਾਗ ਕੰਮ ਕਰ ਰਿਹਾ, ਉਹ ਕਿਹੜਾ ਸਿਸਟਮ ਹੈ, ਉਹ ਨਹੀਂ ਕੋਈ ਦੇਖ ਸਕਦਾ। ਸਰੀਰ ਆ ਦੇਖ ਸਕਦਾ ਹੈ, ਪਰ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ ਆਤਮਿਕ ਤਲ ਦਾ, ਉਹ ਨਹੀਂ ਕੋਈ ਵੇਖ ਸਕਦਾ। ਉਹਦੀ ਕਿਸੇ ਨੇ ਤਸਵੀਰ ਨਹੀਂ ਬਣਾਈ, ਕਿਉਂਕਿ ਉਹਦਾ ਕੋਈ ਰੂਪ ਰੰਗ ਹੀ ਨਹੀਂ ਪਤਾ ਵੀ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ ਆਤਮਾ ਦਾ, ਉਹ ਕਿਹੜੇ ਰੂਪ ਰੰਗ ਦਾ ਹੈ, ਕੋਈ ਨਹੀਂ ਦੱਸ ਸਕਦਾ। ਉਹਦਾ ਕੋਈ ਆਕਾਰ ਵੀ ਨਹੀਂ ਬਣਾ ਸਕਦਾ, ਸਰੀਰ ਦਾ ਹੈ। ਇਸ ਲਈ ਜਿਹੜਾ ਮਾਇਆ ਦੇ ਪ੍ਰਭਾਵ ਦੇ ਵਿੱਚ ਹੈ, ਉਹਦਾ ਰੂਪ ਹੈ, ਉਹਦਾ ਰੰਗ ਹੈ। ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਉਹਦਾ ਕੋਈ ਰੂਪ ਰੰਗ ਨਹੀਂ ਹੈ। ਇਹ ਸਭ ਸਾਰੀ ਜੋਤ ਉਹਦੀ ਹੈ, ਪਰ ਉਹਦਾ ਕੋਈ ਆਪਣਾ ਰੂਪ ਰੰਗ ਨਹੀਂ। ਇਸ ਲਈ ਕਹਿ ਰਹੇ ਰੂਪ, ਉਹਦੀ ਸੁੰਦਰਤਾ ਕਿੰਨੀ ਕੁ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਕਿੱਥੋਂ ਤੱਕ ਉਹਦੀ ਸੁੰਦਰਤਾ ਨੂੰ ਬਿਆਨ ਕਰਾਂਗੇ, ਉਹਦੇ ਰੂਪ ਨੂੰ ਬਿਆਨ ਕਰਾਂਗੇ, ਨਹੀਂ ਕੀਤਾ ਜਾ ਸਕਦਾ। ਕਿਉਂਕਿ ਬਹੁਤਾ ਕਹੀਏ ਬਹੁਤਾ ਹੋਏ। ਜਿੰਨਾ ਅਸੀਂ ਬਹੁਤਾ ਬਿਆਨ ਕਰਾਂਗੇ, ਉਨਾ ਹੀ ਬਹੁਤਾ ਉਹ ਅੱਗੇ ਹੋਰ ਹੋਵੇਗਾ। ਉਹਦਾ ਕੋਈ ਰੰਗ ਨਹੀਂ ਹੈ, ਉਹਨੂੰ ਕਿਸੇ ਰੰਗ ਦੇ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਉਹਦਾ ਕੋਈ ਰੇਖ ਨਹੀਂ ਹੈ। ਹੁਣ ਪਹਿਲਾਂ ਗੱਲ ਆਈ ਸੀ ਚੱਕਰ ਦੀ, ਹੁਣ ਗੱਲ ਰੇਖ, ਆ ਰੇਖਾਵਾਂ ਨਜ਼ਰ ਆ ਰਹੀਆਂ ਨੇ, ਹੱਥ ਦੀਆਂ ਲਕੀਰਾਂ ਨਜ਼ਰ ਆਉਂਦੀਆਂ ਨੇ ਨਾ। ਕੋਈ ਐਸੀ ਉਹਦੀ ਕੋਈ ਰੇਖਾ ਨਹੀਂ ਹੈ, ਕੋਈ ਉਹਦੀਆਂ ਐਸੀਆਂ ਰੇਖਾਵਾਂ ਨਹੀਂ ਜਿਹਦੇ ਰਾਹੀਂ ਉਹਨੂੰ ਜਾਣਿਆ ਜਾ ਸਕੇ। ਇੱਕ ਜੋਤਿਸ਼ ਨੇ ਆਪਣੀ ਵਿਦਿਆ ਦੇ ਰਾਹੀਂ ਇਹ ਸਮਝਾਉਣ ਦਾ ਯਤਨ ਕਰਕੇ ਦੁਨੀਆ ਨੂੰ ਦੱਸਿਆ ਕਿ ਜੇ ਤੁਹਾਡੀ ਰੇਖਾ ਇੱਧਰ ਜਾਂਦੀ ਹੈ ਤੇ ਇਹ ਹੋਏਗਾ, ਜੇ ਤੁਹਾਡੀ ਰੇਖਾ ਇੱਧਰ ਜਾਂਦੀ ਹੈ ਤੇ ਆਹ ਹੋਏਗਾ। ਪਰ ਉਹਦੀ ਕੋਈ ਰੇਖਾ ਨਹੀਂ ਹੈ, ਉਹ ਕਿਸੇ ਲਿਮਟ ਦੇ ਵਿੱਚ ਨਹੀਂ ਹੈ, ਉਹ ਤੇ ਅਨਲਿਮਟ ਹੈ। ਕਿੱਥੇ ਤੱਕ ਰੇਖਾ ਖਿੱਚੋਗੇ ਉਹਦੀ? ਕਿੱਥੋਂ ਤੱਕ ਉਹਦੀ ਲਕੀਰ ਖਿੱਚ ਕੇ ਦੱਸੋਗੇ ਵੀ ਇੱਥੇ ਹੀ ਰੱਬ ਰਹਿੰਦਾ, ਇਸ ਤੋਂ ਪਰੇ ਨਹੀਂ ਰਹਿੰਦਾ? ਅਸੀਂ ਪਰਮੇਸ਼ਵਰ ਨੂੰ ਨਹੀਂ ਵੰਡ ਸਕਦੇ, ਉਹਦੀ ਬਣਾਈ ਕੁਦਰਤ ਨੂੰ ਵੰਡ ਦਿੱਤਾ, ਕਿਉਂਕਿ ਇੱਥੇ ਸਾਡਾ ਜ਼ੋਰ ਚੱਲਿਆ, ਪਰ ਉਹਨੂੰ ਨਹੀਂ ਵੰਡ ਸਕਦੇ। ਅਸੀਂ ਧਰਤੀ ਨੂੰ ਵੰਡ ਲਿਆ, ਅਸੀਂ ਸੂਰਜ ਨੂੰ ਕਿਵੇਂ ਵੰਡਾਂਗੇ? ਸੂਰਜ ਤੇ ਉਹੀ ਹੈ। ਅਸੀਂ ਕਿੰਨੇ ਮੁਲਕ ਵੰਡ ਕੇ ਉਹਦੇ ਤੇ ਬਾਰਡਰ ਬਣਾ ਦਿੱਤੇ, ਔਰ ਬਕਾਇਦਾ ਇਜਾਜ਼ਤ ਤੋਂ ਬਿਨਾਂ ਅਸੀਂ ਇੱਕ ਮੁਲਕ ਤੋਂ ਦੂਜੇ ਮੁਲਕ ਜਾ ਨਹੀਂ ਸਕਦੇ। ਅਸੀਂ ਬਣਾਏ, ਰੱਬ ਨੇ ਤੇ ਨਹੀਂ ਨਾ ਬਣਾਏ, ਅਸੀਂ ਹੀ ਬਣਾਏ ਨੇ। ਇਹ ਜਿੰਨੇ ਬਾਰਡਰ ਬਣ ਗਏ, ਇਹ ਅਸੀਂ ਬਣਾਏ ਨੇ ਕਿ ਸਾਡੀ ਇਜਾਜ਼ਤ ਤੋਂ ਬਿਨਾਂ ਉਧਰੋਂ ਇੱਧਰ ਨਹੀਂ ਕੋਈ ਆ ਸਕਦਾ, ਉਧਰ ਇਜਾਜ਼ਤ ਤੋਂ ਬਿਨਾਂ ਇੱਧਰ ਨਹੀਂ ਆ ਸਕਦਾ, ਇੱਧਰੋਂ ਉੱਧਰ ਨਹੀਂ ਜਾ ਸਕਦਾ। ਪਰ ਸੂਰਜ ਤਾਂ ਹਰ ਮੁਲਕ ਤੇ ਇੱਕੋ ਹੀ ਹੈ ਜਿਹੜਾ ਰੋਸ਼ਨੀ ਦੇ ਰਿਹਾ। ਉਹਨੂੰ ਕਿਵੇਂ ਵੰਡਾਂਗੇ? ਉਹਦੇ ਟੁਕੜੇ ਕਿਵੇਂ ਕਰਾਂਗੇ? ਕਿਉਂਕਿ ਉੱਥੇ ਸਾਡਾ ਜ਼ੋਰ ਨਹੀਂ ਚੱਲਣਾ। ਉਹ ਅਗਨੀ ਹੈ, ਉਹ ਅੱਗ ਦਾ ਗੋਲਾ ਹੈ ਜਿਹੜਾ ਸਾੜ ਕੇ ਸੁਆਹ ਕਰ ਦੇਗਾ। ਉਹਦਾ ਤੇਜ ਇੰਨਾ ਜ਼ਿਆਦਾ ਹੈ, ਸਾਡਾ ਉਹਦੇ ਤੇ ਜ਼ੋਰ ਨਹੀਂ ਚੱਲ ਸਕਦਾ। ਕਿਉਂ? ਉਹਨੂੰ ਕਿਵੇਂ ਟੁਕੜੇ ਟੁਕੜੇ ਕਰੋਗੇ? ਉੱਥੇ ਕਿਵੇਂ ਲਕੀਰਾਂ ਖਿੱਚੋਗੇ? ਸੂਰਜ ਤੇ ਕਿਵੇਂ ਰੇਖਾ ਬਣਾਓਗੇ ਵੀ ਆਹ ਸੂਰਜ ਦੀ ਰੋਸ਼ਨੀ ਇਸ ਮੁਲਕ ਤੇ ਪੈਣੀ ਚਾਹੀਦੀ ਹੈ, ਇਹ ਇੰਨਾ ਹਿੱਸਾ ਇਸ ਪਾਸੇ ਹੋਣਾ ਚਾਹੀਦਾ ਹੈ? ਉੱਥੇ ਕਿਸੇ ਵਿੱਚ ਪਾਵਰ ਨਹੀਂ ਕਿ ਉੱਥੇ ਰੇਖਾ ਖਿੱਚ ਸਕੇ ਕੋਈ। ਕਿਸੇ ਵੀ ਰੇਖ ਵਿੱਚ ਉਹਨੂੰ ਸੀਮਤ ਨਹੀਂ ਕੀਤਾ ਜਾ ਸਕਦਾ। ਇਸ ਲਈ ਤੇਰੇ ਗੁਣ ਬਹੁਤ 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 ਸ਼ੋਭਾ, ਹਮ ਤੁਛ ਕਰ ਕਰ ਵਰਨ ਥੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ। ਕਹਿਣ ਲੱਗੇ ਤੇਰੇ ਗੁਣ ਬਹੁਤ 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 ਸ਼ੋਭਾ, ਹਮ ਤੁਛ, ਅਸੀਂ ਤੁਛ ਬੁੱਧੀ ਨਾਲ, ਕਰ ਕਰ ਵਰਨ ਥੇ, ਅਸੀਂ ਕਰ ਕਰਕੇ ਵਰਣਨ ਤਾਂ ਕਰ ਰਹੇ ਹਾਂ, ਪਰ ਕਿਵੇਂ ਕਰ ਰਹੇ ਹਾਂ? ਤੁਛ ਤੁਛ ਬੁੱਧੀ ਦੇ ਨਾਲ, ਆਪਣੀ ਆਪਣੀ ਮਤ ਬੁੱਧ ਦੇ ਨਾਲ ਅਸੀਂ ਅੰਦਾਜ਼ਾ ਲਾ ਲਾ ਕੇ ਵਰਣਨ ਕਰ ਰਹੇ ਹਾਂ। ਪਰ ਤੇਰੇ ਗੁਣ ਬਹੁਤੇ,
ਜਾਂ ਅਸੀਂ ਪੜ੍ਹਦੇ ਹਾਂ ਤੇਰੇ ਗੁਣ ਬਹੁਤੇ ਮੈਂ ਅੰਤ ਨਾ ਜਾਣਿਆ। ਮੈਂ ਇੱਕ ਵੀ ਅੰਤ ਨਹੀਂ ਉਹਦਾ ਜਾਣ ਸਕਿਆ, ਤੇਰੇ ਇੰਨੇ ਗੁਣ ਨੇ। ਕਈ ਵਾਰ ਆਪਾਂ ਇਹ ਵੀ ਪੰਗਤੀਆਂ ਪੜ੍ਹੀਆਂ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ, ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਉੱਚ ਭਗਵਾਨਾ। ਤੇ ਗੁਰੂ ਰਾਮਦਾਸ ਜੀ ਕਹਿੰਦੇ ਆ, ਹਮ ਤੁੱਛ ਕਰ ਕਰ ਵਰਨ ਥੇ, ਅਸੀਂ ਤੁੱਛ ਬੁੱਧੀ ਨਾਲ ਤੇਰੀ ਉਪਮਾ ਕਰ ਕਰਕੇ ਵਰਣਨ ਕਰੀ ਜਾਂਦੇ ਆ, ਪਰ ਤੇਰਾ ਅੰਤ ਕੋਈ ਨਹੀਂ ਹੈ। ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਜੀ ਪਿਆਰ ਵਿੱਚ ਭਿੱਜੇ ਹੋਏ ਨੇ। ਪਾਉਂਟਾ ਸਾਹਿਬ ਦੇ ਅਸਥਾਨ ਤੇ ਉਸ ਜਮਨਾ ਦੇ ਕਿਨਾਰੇ ਤੇ ਬੈਠੇ ਹੋਏ ਨੇ, ਚੌਂਕੜਾ ਮਾਰ ਕੇ ਅਕਾਲ ਪੁਰਖ ਨਾਲ ਸੁਰਤ ਜੋੜੀ ਹੋਈ ਹੈ। ਔਰ ਸਤਿਗੁਰੂ ਜੀ ਉੱਥੇ ਬੜੇ ਪਿਆਰ ਵਿੱਚ ਭਿੱਜ ਕੇ ਮੁਖ ਤੋਂ ਵਾਕ ਇਹ ਜਿਹੜੇ ਉਚਾਰਨ ਕਰ ਰਹੇ ਆ, ਰੂਪ ਰੰਗ ਅਰ ਰੇਖਾ ਭੇਖ ਕੋ ਕਹਿ ਨਾ ਸਕਤ ਕਹਿ। ਤੇਰਾ ਭੇਖ ਕੌਣ ਦੱਸੇਗਾ ਕਿ ਕਿਹੜਾ ਤੇਰਾ ਲਿਬਾਸ ਹੈ, ਤੇਰਾ ਭੇਖ ਕਿੱਦਾਂ ਦਾ ਹੈ। ਅਸੀਂ ਆਪਣੇ ਆਪਣੇ ਭੇਖ ਵੱਖਰੇ ਵੱਖਰੇ ਬਣਾ ਲਏ। ਜੋਗੀਆਂ ਨੇ ਆਪਣੇ ਬਣਾ ਲਏ, ਸਾਧੂਆਂ ਨੇ ਆਪਣੇ ਬਣਾ ਲਏ, ਸੰਨਿਆਸੀਆਂ ਨੇ ਆਪਣੇ ਬਣਾ ਲਏ। ਹਰ ਇੱਕ ਨੇ ਭੇਖ ਆਪਣਾ ਆਪਣਾ ਬਣਾ ਲਿਆ। ਜਿੰਨੇ ਵੀ ਵਰਨ ਵੰਡ ਹੋਈ, ਅਸੀਂ ਜਿੰਨੇ ਵੀ ਧਰਮ ਬਣਾ ਕੇ ਬਹਿ ਗਏ ਹਾਂ, ਸਾਰਿਆਂ ਨੇ ਆਪਣਾ ਆਪਣਾ ਪਹਿਰਾਵਾ ਵੱਖਰਾ ਵੱਖਰਾ ਬਣਾ ਲਿਆ। ਪਰ ਜਦੋਂ ਅਸੀਂ ਰੱਬ ਦੀ ਗੱਲ ਕਰਾਂਗੇ, ਉਹਨੂੰ ਕਿਹੜੇ ਪਹਿਰਾਵੇ ਚ ਲਿਆਵਾਂਗੇ? ਉਹਨੂੰ ਕਿਹੜੇ ਪਹਿਰਾਵੇ ਦੇ ਵਿੱਚ ਲਿਆ ਕੇ ਕਵਾਂਗੇ ਵੀ ਇਸੇ ਪਹਿਰਾਵੇ ਵਿੱਚ ਹੀ ਰੱਬ ਹੈ? ਦੇਖੋ, ਸਾਨੂੰ ਗੁਰੂ ਸਾਹਿਬ ਨੇ ਕੋਈ ਵੱਖਰਾ ਪਹਿਰਾਵਾ ਨਹੀਂ ਦਿੱਤਾ, ਕਿਉਂਕਿ ਜਿਵੇਂ ਕਰਤੇ ਨੇ ਪੈਦਾ ਕੀਤਾ ਉਵੇਂ ਹੀ ਗੁਰੂ ਸਾਹਿਬ ਨੇ ਰੱਖਿਆ। ਸਾਨੂੰ ਉਸੇ ਤਰ੍ਹਾਂ ਹੀ ਰੱਖਿਆ। ਇਸਲਾਮ ਧਰਮ ਦੇ ਵਿੱਚ ਉਹ ਆਪਣਾ ਵੱਖਰਾ ਜਿਹੜਾ ਉਹ ਸੁੰਨਤ ਕਰਕੇ ਆਪਣਾ ਵੱਖਰਾ ਰੂਪ ਰੰਗ ਬਣਾਉਂਦੇ ਆ। ਜਿਹੜਾ ਸਨਾਤਨ ਧਰਮ ਹੈ ਉਹ ਸਿਰ ਦਾ ਮੁੰਡਨ ਕਰਕੇ ਵੱਖਰਾ ਬਣਾਉਂਦੇ ਆ। ਪਰ ਸਾਨੂੰ ਕਿਹਾ ਗੁਰੂ ਕੇ ਸਿੱਖਾ ਕਿ ਤੂੰ ਸੁੰਨਤ ਤੇ ਮੁੰਡਨ ਵਾਲਾ ਕੋਈ ਵੱਖਰਾ ਨਹੀਂ, ਜਿਵੇਂ ਹੈ ਉਵੇਂ ਹੀ ਰੱਖਣਾ ਹੈ। ਜਿਵੇਂ ਉਹਨੇ ਸਾਨੂੰ ਸੂਰਤ ਦਿੱਤੀ ਹੈ ਨਾ ਸਾਜ ਕੇ, ਉਦਾਂ ਹੀ ਰੱਖਣੀ ਹੈ। ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਕਰਨਾ। ਤੇ ਜਦੋਂ ਤੁਸੀਂ ਉਦਾਂ ਹੀ ਚੱਲੋਗੇ ਤੇ ਉੱਥੇ ਕੀ ਹੋਏਗਾ? ਉੱਥੇ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਕੋਈ ਈਸਾਈ ਨਹੀਂ। ਉੱਥੇ ਸਾਰੇ ਹੀ ਆਪਾਂ ਇੱਕੋ ਹੀ ਹੁਲੀਏ ਦੇ ਹਾਂ, ਇੱਕੋ ਹੀ ਰੂਪ ਰੰਗ ਦੇ ਹਾਂ। ਪਰ ਅਸੀਂ ਕੁਦਰਤ ਨੂੰ ਖਿਲਵਾੜ ਕਰਕੇ ਆਪਣੇ ਤਰੀਕੇ ਨਾਲ ਢਾਲ ਲਿਆ। ਆਪਣੇ ਤਰੀਕੇ ਨਾਲ ਢਾਲ ਕੇ ਕਹਿ ਦਿੱਤਾ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਫਲਾਣਾ ਹੈ। ਪਰ ਗੁਰੂ ਸਾਹਿਬ ਨੇ ਆਖਿਆ ਨਹੀਂ, ਤੁਹਾਡੇ ਘਰ ਬੱਚਾ ਜਿਵੇਂ ਪੈਦਾ ਹੁੰਦਾ ਹੈ ਉਹਨੂੰ ਉਵੇਂ ਹੀ ਰੱਖਣਾ ਹੈ। ਤੇ ਹਰ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਨਾ, ਹਰ ਘਰ ਦੇ ਵਿੱਚ ਉਹਨੂੰ ਜੇ ਉਸੇ ਤਰ੍ਹਾਂ ਹੀ ਰਹਿਣ ਦਿਓਗੇ ਤੇ ਤੁਹਾਨੂੰ ਹਰ ਕੋਈ ਅਕਾਲ ਪੁਰਖ ਦਾ ਜਾਂ ਹਰ ਕੋਈ ਤੁਹਾਨੂੰ ਗੁਰੂ ਦਾ ਸਿੱਖ ਹੀ ਨਜ਼ਰ ਆਏਗਾ। ਇੱਥੇ ਕੋਈ ਵੱਖਰੀ ਬਣਤਰ ਨਹੀਂ ਬਣਾਈ ਗਈ ਕਿ ਇਹਦੇ ਵਿੱਚ ਲਿਆਉਣ ਲਈ ਤੁਹਾਨੂੰ ਇਸ ਤਰ੍ਹਾਂ ਆਪਣੇ ਹੇਰ ਫੇਰ ਕਰਨਾ ਪਏਗਾ ਉਹਦੀ ਬਣਾਵਟ ਵਿੱਚ। ਨਹੀਂ, ਜਿਵੇਂ ਹੁਣ ਕੋਈ ਸਨਾਤਨ ਪਰਿਵਾਰ ਹੈ, ਉਹ ਆਪਣਾ ਬੱਚੀ ਜਨਮ ਲਿਆ, ਉਹਨੂੰ ਉਸੇ ਤਰ੍ਹਾਂ ਹੀ ਰੱਖੋ, ਉਹਦਾ ਕੋਈ ਹੁਲੀਏ ਦਾ ਵਿਗਾੜ ਨਾ ਕਰੋ, ਤੇ ਉਹ ਤੁਹਾਨੂੰ ਉਸੇ ਘਰ 'ਚ ਤੁਹਾਨੂੰ ਉਹ ਨਜ਼ਰ ਆਏਗਾ ਸਾਬਤ ਸੂਰਤ। ਭਾਵੇਂ ਕੋਈ ਇਸਲਾਮ ਧਰਮ ਨਾਲ ਸੰਬੰਧ ਕਿਸੇ ਨਾਲ ਵੀ ਹੈ, ਜੇ ਅਸੀਂ ਉਹਦੇ ਨਾਲ ਖਿਲਵਾੜ ਕਰਕੇ ਆਪਣੇ ਤਰੀਕੇ ਨਾਲ ਢਾਲਾਂਗੇ ਫਿਰ ਅਸੀਂ ਵੱਖਰਾ ਧਰਮ ਇੱਕ ਬਣਾ ਲਿਆ। ਸਾਨੂੰ ਗੁਰੂ ਸਾਹਿਬ ਨੇ ਆਖਿਆ ਨਹੀਂ, ਤੂੰ ਜਿਵੇਂ ਹੈ ਉਦਾਂ ਹੀ ਚੱਲਣਾ ਕਰ ਬਸ। ਹਾਂ, ਸ਼ਿੰਗਾਰ ਦਿੱਤਾ ਹੈ, 5 ਕਕਾਰਾਂ ਦਾ ਸ਼ਿੰਗਾਰ ਸਾਨੂੰ ਜ਼ਰੂਰ ਦਿੱਤਾ ਹੈ ਕਿ ਜੇ ਉਹਨੇ ਕੇਸ ਦਿੱਤੇ ਆ ਤੇ ਕੇਸਾਂ ਵਿੱਚ ਕੰਘਾ ਰੱਖ, ਇਹਦੀ ਸੇਵਾ, ਇਹਦੀ ਸੰਭਾਲ ਕਰਨ ਲਈ, ਸਫਾਈ ਕਰਨ ਲਈ। ਜੇ ਉਹਨੇ ਤੈਨੂੰ ਇਹ ਮੁੱਖ ਤੇ ਦਾੜਾ ਦਿੱਤਾ ਤੇ ਸੋਚ ਸਮਝ ਕੇ ਹੀ ਉਹਨੇ ਬਣਤਰ ਬਣਾਈ ਆ ਨਾ। ਰੱਬ ਨੇ ਮੇਲ ਔਰ ਫੀਮੇਲ ਬਣਾਇਆ ਤੇ ਕੋਈ ਸੋਚ ਕੇ ਬਣਾਇਆ ਕਿ ਫੀਮੇਲ ਦੇ ਮੁੱਖ ਤੇ ਦਾੜਾ ਨਹੀਂ ਆਉਂਦਾ ਤੇ ਮੇਲ ਦੇ ਆਉਂਦਾ ਹੈ, ਪੁਰਸ਼ਾਂ ਦੇ ਦਾੜਾ ਹੁੰਦਾ ਹੈ। ਪਰ ਅਸੀਂ ਕਹਿੰਦੇ ਆ ਵੀ ਨਹੀਂ। ਪਰ ਜੇ ਉਹਨੇ ਕੋਈ ਬਣਤਰ ਬਣਾਈ ਹੈ ਤੇ ਉਹਨੇ ਸੋਚ ਸਮਝ ਕੇ ਹੀ ਬਣਾਈ ਹੈ ਨਾ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਤੂੰ ਜਿਵੇਂ ਹੈ ਸ਼ਿੰਗਾਰ ਕਰ ਬਸ। ਤੇਰੇ ਹੱਥ ਦੇ ਵਿੱਚ ਜਿਹੜਾ ਉਹ ਇੱਕ ਲੋਹੇ ਦਾ ਜੇ ਕੜਾ ਹੈ ਤੇ ਇਹ ਵੀ ਸਾਨੂੰ ਵਹਿਮ ਭਰਮ ਤੋਂ ਬਚਣ ਲਈ ਹੈ। ਜੇ ਸਾਨੂੰ ਜੱਗ ਸੱਤ ਪੱਕਾ ਕਰਨ ਲਈ ਆਖਿਆ ਤੇ ਸਾਨੂੰ ਕਛਹਿਰਾ ਦੇ ਦਿੱਤਾ। ਜੇ ਸਾਨੂੰ ਆਪਣੀ ਹਿਫਾਜ਼ਤ ਕਰਨ ਲਈ ਆਖਿਆ ਤੇ ਕਿਰਪਾਨ ਦੇ ਦਿੱਤੀ। ਕੋਈ ਵੱਖਰਾ ਨਹੀਂ ਹੈ, ਪਰ ਸਰੀਰਕ ਢਾਂਚਾ ਤੇ ਉਵੇਂ ਹੀ ਰੱਖਿਆ ਜਿਵੇਂ ਪਰਮਾਤਮਾ ਨੇ ਬਣਾਇਆ।
ਇਸ ਲਈ ਕਹਿ ਰਹੇ ਨੇ ਉਹਦਾ ਕੋਈ ਭੇਖ ਨਹੀਂ ਹੈ, ਉਹਦਾ ਕੋਈ ਵੱਖਰਾ ਲਿਬਾਸ ਨਹੀਂ ਹੈ। ਉਹਨੂੰ ਕਿਸੇ ਵੱਖਰੇ ਭੇਖ ਵਿੱਚ ਲਿਆ ਕੇ ਨਹੀਂ ਕਿਹਾ ਜਾ ਸਕਦਾ ਵੀ ਆਹੀ ਰੱਬ ਹੈ। ਤੇ ਜਿਨ੍ਹਾਂ ਨੂੰ ਤੁਸੀਂ ਅੱਜ ਰੱਬ ਬਣਾ ਕੇ ਬੜੇ ਉੱਚੀ ਬੁਲੰਦੀਆਂ ਤੇ ਲੈ ਗਏ ਨਾ, ਉਹ ਤੇ ਤੁਹਾਨੂੰ ਰੰਗ ਬਰੰਗੇ ਨਜ਼ਰ ਆਉਂਦੇ ਨੇ। ਉੱਥੇ ਤੇ ਵੰਨ ਸਵੰਨੇ ਰੰਗ ਹਰ ਦਿਨ ਨਜ਼ਰ ਆਉਂਦੇ ਆ, ਤੇ ਜਿਹੜਾ ਪਰਮੇਸ਼ਵਰ ਹੈ ਉਹ ਤੇ ਰੰਗ ਤੋਂ ਰਹਿਤ ਹੈ। ਪਰ ਸਾਨੂੰ ਤਰ੍ਹਾਂ ਤਰ੍ਹਾਂ ਦੇ ਰੰਗ, ਚਮਕੀਲੇ ਭੜਕੀਲੇ ਰੰਗ ਬਣਾ ਕੇ ਦਿਖਾਏ ਗਏ, ਔਰ ਅਸੀਂ ਉਹਦੇ ਵਿੱਚੋਂ ਹੀ ਰੱਬ ਨੂੰ ਕਹਿ ਰਹੇ ਹਾਂ ਵੀ ਰੱਬ ਹੈ। ਪਰ ਉਹ ਜਿਹੜਾ ਪਰਮੇਸ਼ਵਰ ਹੈ ਉਹਦਾ ਤੇ ਆਪਣਾ ਕੋਈ ਰੰਗ ਹੀ ਨਹੀਂ ਹੈ, ਉਥੇ ਰੰਗ ਤੋਂ ਰਹਿਤ ਹੈ। ਤੇ ਬਾਣੀ ਵਿੱਚ ਵੀ ਤੇ ਇਹੀ ਕਿਹਾ, ਰੂਪ ਨ ਰੇਖ ਨ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਉਹ ਤੇ 3 ਗੁਣਾ ਤੋਂ ਭਿੰਨ ਹੈ। ਇਸ ਲਈ ਗੁਰੂ ਸਾਹਿਬ ਜੀ ਬੈਠੇ ਕਹਿੰਦੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ। ਕਹਿ ਕਿਸੇ ਵਿੱਚ ਇੰਨੀ ਸ਼ਕਤੀ ਹੈ ਕਿ ਕੋਈ ਉਹਦੇ ਰੂਪ ਰੇਖ ਭੇਖ ਨੂੰ ਕਹਿ ਸਕੇ? ਕੋਈ ਵੀ ਨਹੀਂ ਕਹਿ ਸਕਦਾ, ਕੋਈ ਵੀ। ਅਚਲ ਮੂਰਤ, ਮੂਰਤੀ ਉਹਦੀ ਅਚਲ। ਚੱਲ ਦਾ ਅਰਥ ਹੁੰਦਾ ਚਲਾਇਮਾਨ। ਅਚਲ ਜਿਹੜੀ ਚਲਾਇਮਾਨ ਨਹੀਂ ਹੈ, ਸਦਾ ਸਥਿਰ ਹੈ, ਸਦਾ ਟਿਕਣ ਵਾਲੀ ਹੈ। ਕਹਿਣ ਲੱਗੇ ਉਹਦੀ ਜਿਹੜੀ ਮੂਰਤੀ ਹੈ ਨਾ, ਉਹ ਸਦਾ ਟਿਕੀ ਰਹਿਣ ਵਾਲੀ ਹੈ। ਜਿਹਨੂੰ ਆਪਾਂ ਗੁਰਬਾਣੀ ਵਿੱਚ ਪੜ੍ਹ ਕੇ ਆਏ ਹਾਂ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਜਿਹੜਾ ਆਕਾਰ ਤੋਂ ਬਿਨਾ ਨਿਰੰਕਾਰ ਪਰਮੇਸ਼ਵਰ ਹੈ, ਉਹ ਸਦਾ ਸਲਾਮਤ ਰਹਿਣ ਵਾਲਾ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੋ ਜਪਜੀ ਸਾਹਿਬ ਚ ਪੜ੍ਹ ਕੇ ਆਏ ਆ, ਉਹੀ ਜਾਪ ਸਾਹਿਬ ਚੋਂ ਸਮਝਣਾ ਹੈ। ਇਸ ਲਈ ਮਹਾਰਾਜ ਕਹਿੰਦੇ ਉਹਦੀ ਮੂਰਤੀ ਅਚਲ ਅਟਲ ਹੈ, ਕਦੇ ਵੀ ਉਹ ਵਿਨਾਸ਼ ਹੋਣ ਵਾਲਾ ਨਹੀਂ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਨਿਤ ਨਵੇਂ ਰੂਪ ਵਿੱਚ ਹੈ। ਉਹ ਸਦਾ ਸਲਾਮਤ ਹੈ, ਉਹ ਅਨਾਹਤ ਹੈ। ਉਹਦੇ ਰੂਪ ਜਿਹੜਾ ਉਹਦਾ ਆਪਣਾ ਕੋਈ ਜਿਹੜਾ ਉਹ ਰੂਪ ਰੰਗ ਹੈ, ਉਦੋਂ ਕੋਈ ਵੀ ਕਹਿਣ ਲੱਗੇ ਉਹ ਨਾਸ਼ ਨਹੀਂ ਕਰ ਸਕਦਾ। ਜਿਹਦੇ ਤੋਂ ਸਾਡੇ ਗਿਆਨ ਇੰਦਰੇ ਜਿਹੜੇ ਆ ਉਹ ਬਹੁਤ ਪਿੱਛੇ ਨੇ। ਅਸੀਂ ਅਪਹੁੰਚ ਹਾਂ, ਸਾਡੀ ਪਹੁੰਚ ਉੱਥੇ ਤੱਕ ਨਹੀਂ ਹੋ ਸਕਦੀ ਜਿਹਨੂੰ ਅਗੋਚਰ ਕਿਹਾ ਗਿਆ। ਅਗੋਚਰ ਦਾ ਅਰਥ ਹੈ ਜਿੱਥੇ ਗਿਆਨ ਇੰਦਰੇ ਨਹੀਂ ਪਹੁੰਚ ਸਕਦੇ, ਤੇ ਜਿਹੜਾ ਪਹੁੰਚ ਗਿਆ ਉਹ ਬਿਆਨ ਨਹੀਂ ਕਰ ਸਕਦਾ। ਜਿਹੜਾ ਪਹੁੰਚ ਗਿਆ ਨਾ ਅਕਾਲ ਪੁਰਖ ਤੱਕ, ਉਹ ਮੁੜ ਕੇ ਬਿਆਨ ਨਹੀਂ ਕਰ ਸਕਿਆ, ਉਹ ਦੱਸ ਨਹੀਂ ਸਕਿਆ। ਉਹਨੇ ਮਾਰਗ ਤਾਂ ਬਣਾ ਦਿੱਤਾ ਵੀ ਇਸ ਮਾਰਗ ਤੇ ਤੁਰਿਆ ਜਾ, ਪਰ ਜੇ ਉਹ ਕਵੇ ਮੈਨੂੰ ਪੁੱਛੇਗਾ ਉਹਦਾ ਰੂਪ ਰੰਗ ਭੇਦ, ਉੱਥੇ ਮੈਂ ਬਿਆਨ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਕਹਿੰਦੇ ਅਨਭਉ ਪ੍ਰਕਾਸ਼। ਇੱਥੇ ਥੋੜਾ ਸਮਝ ਕੇ ਚੱਲਿਓ, 2 ਅਰਥ ਕੀਤੇ ਆ ਵਿਦਵਾਨਾਂ ਨੇ। ਉਹਦਾ ਪ੍ਰਕਾਸ਼ ਸਵਯੰਭ ਤੋਂ ਹੈ, ਸਹਿ ਭੰਗ ਆਪਣੇ ਆਪ ਤੋਂ ਹੈ। ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਆਪੀ ਨੇ ਆਪ ਸਾਜਿਓ। ਉਹਨੇ ਆਪਣੇ ਆਪ ਨੂੰ ਆਪ ਹੀ ਸਾਜਿਆ, ਉਹਨੂੰ ਸਾਜਣ ਵਾਲਾ ਕੋਈ ਨਹੀਂ ਹੈ। ਔਰ ਦੂਸਰਾ ਅਰਥ ਵਿਦਵਾਨਾਂ ਨੇ ਕੀਤਾ ਹੈ ਕਿ ਹੁਣ ਤੱਕ ਜਿਹਨੂੰ ਤੁਸੀਂ ਸਮਝਿਆ ਨਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਹਿ ਅਚਲ ਮੂਰਤ। ਇਹ ਜੋ ਪਰਮੇਸ਼ਵਰ ਦੀ ਪਰਿਭਾਸ਼ਾ ਤੁਹਾਨੂੰ ਦੱਸੀ ਹੈ, ਕਹਿੰਦੇ ਨੇ ਉਹਦੀ ਮੂਰਤ ਨੂੰ ਕਿਵੇਂ, ਉਹਦੇ ਪ੍ਰਕਾਸ਼ ਨੂੰ ਕਿਵੇਂ ਤੁਸੀਂ ਪਾਓਗੇ? ਅਨੁਭਵ ਕਰਕੇ। ਅਨੁਭਵ ਦਾ ਅਰਥ ਹੁੰਦਾ ਅਨੁਭਵ ਕਰਨਾ, ਮਹਿਸੂਸ ਕਰਨਾ, ਫੀਲ ਕਰਨਾ। ਫੀਲਿੰਗ ਕਹਿੰਦੇ ਆ ਨਾ, ਉਹਨੂੰ ਅਸੀਂ ਫੀਲ ਕਰਨਾ ਹੈ, ਅਨੁਭਵ ਕਰਨਾ ਹੈ, ਮਹਿਸੂਸ ਕਰਨਾ ਹੈ। ਕਿਵੇਂ ਕਰਨਾ ਹੈ? ਕਹਿੰਦੇ ਜਿਵੇਂ ਤੁਸੀਂ ਫੁੱਲਾਂ ਵਿੱਚੋਂ ਸੁਗੰਧੀ ਮਹਿਸੂਸ ਕਰਦੇ ਹੋ। ਫੁੱਲ ਦਾ ਰੰਗ ਹੈ, ਫੁੱਲ ਦਾ ਆਕਾਰ ਵੀ ਹੈ, ਫੁੱਲ ਦਾ ਰੰਗ ਵੀ ਹੈ, ਪਰ ਫੁੱਲਾਂ ਦੀ ਸੁਗੰਧੀ ਦਾ ਕੋਈ ਰੰਗ ਨਹੀਂ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਉਹ ਭਾਵੇਂ ਗੁਲਾਬੀ ਰੰਗ ਹੋਵੇ, ਭਾਵੇਂ ਲਾਲ ਰੰਗ ਹੋਵੇ, ਭਾਵੇਂ ਚਿੱਟਾ ਰੰਗ ਹੋਵੇ, ਪਰ ਉਹਦੇ ਵਿੱਚੋਂ ਨਿਕਲਣ ਵਾਲੀ ਸੁਗੰਧੀ ਦਾ ਕਿਸੇ ਨੇ ਰੰਗ ਵੇਖਿਆ? ਪਰ ਅਨੁਭਵ ਕਰਦੇ ਆ ਵੀ ਇਹਦੇ ਵਿੱਚ ਸੁਗੰਧੀ ਹੈ। ਇਹ ਗੁਲਾਬ ਦਾ ਫੁੱਲ ਹੈ, ਇਹ ਗੇਂਦੇ ਦਾ ਫੁੱਲ ਹੈ, ਇਹ ਚਮੇਲੀ ਦਾ ਫੁੱਲ ਹੈ। ਉਹਦੀ ਸੁਗੰਧੀ ਨੂੰ ਮਹਿਸੂਸ ਕਰਦੇ ਆ। ਇਵੇਂ ਹੀ ਮਹਿਸੂਸ ਕਰੋ ਵੀ ਉਹ ਅਕਾਲ ਪੁਰਖ ਹੈ, ਪਰ ਉਹਦਾ ਆਪਣਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਹੈ। ਜਿਸ ਤਰ੍ਹਾਂ ਹਵਾ ਨੂੰ ਮਹਿਸੂਸ ਕਰਦੇ ਹੋ ਵੀ ਹਵਾ ਠੰਡੀ ਹੈ, ਹਵਾ ਗਰਮ ਹੈ, ਹਵਾ ਵਿੱਚ ਬਦਬੂ ਹੈ, ਹਵਾ ਵਿੱਚ ਸੁਗੰਧੀ ਹੈ, ਪਰ ਹਵਾ ਨੂੰ ਕਿਸੇ ਨੇ ਵੇਖਿਆ? ਹਵਾ ਨਹੀਂ ਵੇਖੀ ਜਾ ਸਕਦੀ, ਪਰ ਅਨੁਭਵ ਤੇ ਕਰਦੇ ਆ ਨਾ।
ਅਨੁਭਵ ਕਰਕੇ ਹੀ ਦੱਸਦੇ ਆ ਵੀ ਇਹ ਗਰਮ ਹੈ ਕਿ ਠੰਡੀ ਹੈ। ਅੱਜ ਗਰਮ ਹਵਾ ਚੱਲ ਰਹੀ ਹੈ ਕਿ ਅੱਜ ਠੰਡੀ ਹਵਾ ਚੱਲ, ਉਹ ਅਨੁਭਵ ਹੀ ਕਰਦੇ ਆ, ਮਹਿਸੂਸ ਕਰਦੇ ਆ। ਇਸੇ ਤਰ੍ਹਾਂ ਮਹਿਸੂਸ ਕਰੋ ਕਿ ਉਹ ਹੈ। ਜਿਹਨੇ ਮਹਿਸੂਸ ਕੀਤਾ ਉਹਨੇ ਆਖਿਆ ਜੈ ਜੈ ਵੇਖੋ ਤੈਂ ਹਜੂਰ। ਮੈਂ ਜਿੱਧਰ ਵੀ ਵੇਖਦਾ ਉਹੀ ਮੈਨੂੰ ਮਹਿਸੂਸ ਹੁੰਦਾ ਹੈ, ਉਹਦੇ ਤੋਂ ਬਿਨਾ ਕੋਈ ਹੋਰ ਹੈ ਹੀ ਕੋਈ ਨਹੀਂ। ਇਸ ਲਈ ਉਹਦਾ ਪ੍ਰਕਾਸ਼ ਹੋਣਾ ਅਨੁਭਵ ਕਰਕੇ। ਗੁਰਬਾਣੀ ਅਨੁਭਵ ਕਰਾਉਂਦੀ ਹੈ ਵੀ ਉਹ ਹੈ, ਪਰਮਾਤਮਾ ਹੈ। ਤੁਸੀਂ ਆਸਤਕ ਬਣੋ, ਨਾਸਤਕ ਨਾ ਬਣੋ। ਤੁਸੀਂ ਮਨਮੁਖ ਨਾ ਬਣੋ, ਗੁਰਮੁਖ ਬਣੋ, ਸਾਕਤ ਨਾ ਬਣੋ। ਉਹਦੇ ਚਰਨਾਂ ਨਾਲ ਪਿਆਰ ਪਾਓ। ਉਹ ਮੌਜੂਦ ਹੈ, ਉਹ ਤੁਹਾਡੇ ਤੋਂ ਵੱਖ ਨਹੀਂ ਹੈ, ਉਹ ਤੁਹਾਡੇ ਅੰਦਰ ਹੀ ਸਮਾਇਆ। ਉਹਨੂੰ ਮਹਿਸੂਸ ਕਰੋ, ਮਹਿਸੂਸ ਕਰਨਾ। ਇਸ ਲਈ ਕਹਿੰਦੇ ਉਹਦਾ ਪ੍ਰਕਾਸ਼ ਦੋ ਅਰਥ ਸਮਝ ਲੈਣਾ। ਜਿਹੜਾ ਉਹਦਾ ਪ੍ਰਕਾਸ਼ ਹੈ ਸਵਯੰ ਤੋਂ ਹੈ, ਆਪਣੇ ਆਪ ਤੋਂ ਹੈ, ਉਹਨੂੰ ਕਿਸੇ ਨੇ ਉਹਨੂੰ ਪ੍ਰਕਾਸ਼ ਨਹੀਂ ਦਿੱਤਾ ਹੈ। ਔਰ ਦੂਸਰਾ ਅਰਥ ਹੈ ਕਿ ਉਹਦਾ ਸਾਡੇ ਦਿਮਾਗ ਵਿੱਚ ਪ੍ਰਕਾਸ਼ ਕਦੋਂ ਹੋਏਗਾ? ਜਦੋਂ ਅਸੀਂ ਉਹਨੂੰ ਅਨੁਭਵ ਕਰਾਂਗੇ, ਮਹਿਸੂਸ ਕਰਾਂਗੇ। ਉਹਦੀ ਹੋਂਦ ਦਾ ਪਤਾ ਤਾਂ ਲੱਗੇਗਾ ਜਦੋਂ ਅਸੀਂ ਅਨੁਭਵ ਕਰਾਂਗੇ ਕਿ ਉਹ ਹੈ। ਇਹ ਦੋ ਅਰਥ ਇਹਦੇ ਸਮਝ ਕੇ ਚੱਲਣਾ। ਅੱਗੇ ਹੈ ਅਮਤੋਜ ਕਹੀਜੈ। ਅਮਤੋਜ ਤਾਂ ਓਜ, ਓਜ ਕਹਿੰਦੇ ਤਾਕਤ, ਓਜ ਕਹਿੰਦੇ ਪਾਵਰ। ਕਹਿਣ ਲੱਗੇ ਉਹਦੇ ਵਿੱਚ ਕਿੰਨੀ ਪਾਵਰ ਹੈ, ਕੋਈ ਮਿਣਤੀ ਕਰਕੇ ਨਹੀਂ ਦੱਸ ਸਕਦਾ, ਕੋਈ ਮਿੱਥ ਕੇ ਨਹੀਂ ਦੱਸ ਸਕਦਾ, ਕੋਈ ਮਾਪ ਤੋਲ ਕੇ ਨਹੀਂ ਦੱਸ ਸਕਦਾ ਵੀ ਉਹਦੇ ਵਿੱਚ ਕਿੰਨੀ ਪਾਵਰ ਹੈ, ਕਿੰਨੀ ਤਾਕਤ ਦਾ ਉਹ ਮਾਲਕ ਹੈ। ਨਹੀਂ ਦੱਸਿਆ ਜਾ ਸਕਦਾ। ਬਸ ਇਹ ਕਹਿ ਸਕਦੇ ਹਾਂ ਕਿ ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ, ਪਰ ਕਿੰਨੀ ਤਾਕਤ ਦਾ ਮਾਲਕ ਹੈ ਇਹ ਨਹੀਂ ਦੱਸਿਆ ਜਾ ਸਕਦਾ। ਅਸੀਂ ਰਾਵਣ ਨੂੰ 10 ਸਿਰਾਂ ਵਾਲਾ ਕਹਿੰਦੇ ਆ ਨਾ, ਉਹਦੇ 10 ਸਿਰ ਵੱਖਰੇ ਵੱਖਰੇ ਥੋੜੀ ਸੀ। ਉਹ 10 ਸਿਰਾਂ, ਜਿੰਨਾ 10 ਸਿਰਾਂ 'ਚ ਦਿਮਾਗ ਹੁੰਦਾ ਨਾ, ਇੰਨਾ ਇਕੱਲੇ ਦਾ ਦਿਮਾਗ ਸੀ। ਉਹਦੇ ਵਿੱਚ ਇੰਨੀ ਪਾਵਰ ਸੀ ਜਿੰਨੀ 10 ਸਿਰਾਂ ਵਿੱਚ ਹੁੰਦੀ ਹੈ। ਪਰ ਪਰਮਾਤਮਾ ਵਿੱਚ ਕਿੰਨੀ ਤਾਕਤ ਹੈ ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜੇ ਉਹਦੀ ਤਾਕਤ ਦਾ ਅੰਦਾਜ਼ਾ ਜਿਹੜਾ ਲਾਏਗਾ ਉਹ ਉਸ ਤੋਂ ਵੱਡਾ ਤਾਕਤਵਰ ਹੋ ਜਾਏਗਾ। ਪਰ ਕੋਈ ਹੈ ਜਿਹਦਾ ਜ਼ੋਰ ਉਹਦੇ ਅੱਗੇ ਚੱਲਦਾ ਹੋਵੇ? ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਬੰਦੇ ਦਾ ਜ਼ੋਰ ਬੰਦੇ ਤੇ ਚੱਲਦਾ ਹੈ, ਜੀਆਂ ਤੇ ਚੱਲਦਾ ਹੈ, ਪਰ ਬਣਾਉਣ ਵਾਲੇ ਤੇ ਨਹੀਂ। ਤਾਂ ਹੀ ਤੇ ਆਖੀਦਾ ਵੀ ਰੱਬ ਤੋਂ ਤੇ ਡਰ ਕੇ ਚੱਲੋ। ਜਿਸ ਦਿਨ ਉਹਦੀ ਤਾਕਤ ਨੇ ਆਪਣਾ ਜ਼ੋਰ ਵਿਖਾਇਆ, ਬੰਦਿਆ ਤੇਰਾ ਜ਼ੋਰ ਕੰਮ ਨਹੀਂ ਕਰਨਾ। ਉਹਦੀ ਤਾਕਤ ਨੂੰ ਮਹਿਸੂਸ ਕਰੋ, ਕਿੰਨੀ ਤਾਕਤ ਵਾਲਾ ਹੈ। ਜਦੋਂ ਮਹਿਸੂਸ ਕਰੋਗੇ ਤਾਂ ਹੀ ਤੇ ਕਰੋ। ਕਹੋਗੇ ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੇਂ ਬਖਸ਼। ਸਾਡੇ ਵਿੱਚ ਜ਼ੋਰ ਨਹੀਂ ਹੈ। ਜੇ ਸਾਡੇ ਵਿੱਚ ਜ਼ੋਰ ਹੁੰਦਾ ਫਿਰ ਅਸੀਂ ਜਨਮ ਵੀ ਆਪਣੀ ਮਰਜ਼ੀ ਨਾਲ ਲੈਂਦੇ। ਜੇ ਜ਼ੋਰ ਹੁੰਦਾ ਤੇ ਸਾਡਾ ਮਰਨਾ ਵੀ ਸਾਡੀ ਮਰਜ਼ੀ ਨਾਲ ਹੁੰਦਾ। ਨਾ ਜਨਮ ਜੀਵਨ ਵਿੱਚ ਜ਼ੋਰ ਹੈ ਤੇ ਨਾ ਇਹ ਵੀ ਆਪਾਂ ਜਪਜੀ ਸਾਹਿਬ ਵਿੱਚ ਪੜ੍ਹ ਕੇ ਆਏ ਹਾਂ, ਜ਼ੋਰ ਨਾ ਜੀਵਨ ਮਰਨ ਨਾ ਹੈ ਜ਼ੋਰ। ਇਹਦੇ ਪੜ੍ਹ ਕੇ ਹੀ ਆਏ ਹਾਂ ਨਾ ਆਪਾਂ। ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਜਿਹਦੇ ਹੱਥ ਵਿੱਚ ਪਾਵਰ ਹੈ ਉਹ ਵੇਖ ਰਿਹਾ ਹੈ, ਪਰ ਉਹਦੇ ਵਿੱਚ ਕਿੰਨੀ ਪਾਵਰ ਹੈ? ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਅਮਤੋਜ। ਅਮ ਜਿਹਦੀ ਮਿਣਤੀ ਨਹੀਂ ਕੀਤੀ ਜਾ ਸਕਦੀ, ਮਿਣਿਆ ਨਹੀਂ ਜਾ ਸਕਦਾ, ਮਿਥਿਆ ਨਹੀਂ ਜਾ ਸਕਦਾ, ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਉਹ ਕਿੰਨੀ ਤਾਕਤਾਂ ਦਾ ਮਾਲਕ ਹੈ। ਹਾਂ, ਇੰਨੀ ਕੁ ਤਾਕਤ ਦਾ ਮਾਲਕ ਹੈ ਕਿ ਪਲ ਵਿੱਚ, ਅੱਖ ਝਮਕਣ ਵਿੱਚ ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ। ਹਾਂ, ਇੰਨੀ ਪਾਵਰ ਉਹਦੇ 'ਚ ਹੈ ਕਿ ਉਹ ਪਲ ਵਿੱਚ ਖੇਡ ਬਦਲ ਸਕਦਾ ਹੈ। ਅਸੀਂ ਆਪਣਾ ਜ਼ੋਰ ਐਵੇਂ ਦਿਖਾ ਕੇ ਹੰਕਾਰ ਨਾ ਕਰੀਏ, ਮਾਣ ਨਾ ਕਰੀਏ ਕਿ ਮੇਰੇ ਕੋਲ ਬੜੀ ਪਾਵਰ ਹੈ, ਮੇਰੇ ਕੋਲ ਬੜੀ ਤਾਕਤ ਹੈ, ਮੈਂ ਜਿਹਨੂੰ ਮਰਜ਼ੀ ਖਰੀਦ ਸਕਦਾ, ਮੈਂ ਜਿਹਨੂੰ ਮਰਜ਼ੀ ਆਪਣੇ ਵੱਸ ਕਰ ਸਕਦਾ, ਜਿਹਨੂੰ ਮਰਜ਼ੀ ਮੈਂ ਆਪਣੀ ਮੁੱਠੀ ਵਿੱਚ ਕਰ ਸਕਦਾ। ਇੱਥੇ ਬੜੇ ਬੜੇ ਹੰਕਾਰੀ ਆਏ, ਬੜੇ ਬੜੇ ਹੰਕਾਰ ਦੇ ਬੋਲਣ ਵਾਲੇ, ਆਪਣੀ ਤਾਕਤ ਦਿਖਾਉਣ ਵਾਲੇ ਆਏ, ਪਰ ਜਦੋਂ ਉਹਦੀ ਤਾਕਤ, ਉਹਦਾ ਜ਼ੋਰ ਚੱਲਿਆ ਤੇ ਉਹਨਾਂ ਦੀ ਤਾਕਤ ਜ਼ੀਰੋ ਹੋ ਗਈ, ਨਹੀਂ ਚੱਲ ਸਕੀ ਉਹਨਾਂ ਦੀ ਤਾਕਤ। ਐਵੇਂ ਨਾ ਆਪਣੇ ਹੰਕਾਰ 'ਚ ਉਡਾਰੀਆਂ ਨਾ ਮਾਰਿਆ ਕਰੀਏ ਕਿ ਮੈਂ ਆਪਣੀ ਤਾਕਤ ਨਾਲ ਜਿਹਨੂੰ ਮਰਜ਼ੀ ਖਰੀਦ ਲਾਂ, ਵੱਸ ਕਰ ਲਾਂ। ਨਹੀਂ, ਜਿੱਦਣ ਉਹਦੀ ਤਾਕਤ ਚੱਲੀ ਤੇ ਸਾਡੀ ਕੰਮ ਨਹੀਂ ਆਉਣੀ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਮਹਿਸੂਸ ਕਰਨਾ ਹੈ, ਅਨੁਭਵ ਕਰਨਾ ਹੈ। ਕਹਿੰਦੇ ਅਮਤੋਜ ਕਹੀਜੈ, ਕਿਹਾ ਜਾਂਦਾ ਹੈ ਕਿ ਉਹ ਇੰਨੀ ਪਾਵਰ ਵਾਲਾ, ਇੰਨੀ ਤਾਕਤ ਵਾਲਾ ਹੈ
कि जिन्हों मिणिया ते नापिया नहीं जा सकता। कोट इंद्र इंद्राण शाह शहान गणिजै। कोट करोड़ा, क्योंकि टैंके नूं सिहारी लग गई। करोड़ा कहते करोड़ा ही जिहड़ा वो इंद्र इंद्रा। इंद्र कौन है? राजा। कहते वो करोड़ा राजियां दा राजा है। असीं किहड़े राजे होण दा मान रखी बैठे हां, वो ते करोड़ा राजियां दा राजा है। शाह शहान गणिजै। कहन लगे वो ते जिहड़ा जिवें शाह शाह जिवें कह लो कि जिवें आपां कहने ये बड़ा वड्डा शाहूकार है, ये पातशाह है। कहते वो ते पातशाहां दा भी पातशाह है, वो ते शाहूकारां दा भी शाहूकार है। उस तो वड्डा शाह कौन हो सकता है? कौन उहदी गिणती के कर सकता है? नहीं कर सकता। इसलिए जिहड़े दुनिया के राजे महाराजे ने ते चार दिन दे ने। राजे रईयत सिकदार कोई ना रहसीओ। इन्हां चों तां किसी ने नहीं रहना, पर जिहदे नाल तुसीं जुड़ना है ना, वो करोड़ा राजियां दा राजा ते शाहां दा शाह है। वो बादशाहां दा बादशाह है, पातशाहां दा पातशाह है। त्रिभवन महीप। महीप भी कहते हैं जिहड़ा राजा, वो तिन्ना भवनां दा मालिक है। एक भवन नहीं, तिन्ना भवनां दा मालिक है। आसमान भी उहदे वस है, धरती भी उहदे वस है, ते पताल भी उहदे वस है। जब तीन गुण रजगुण तम गुण सतगुण ही माया है ना, ये सारी तीन गुणा की माया उहदे वस विच है। वो सारियां दा मालिक है। सुर नर असुर तीन प्रकार दे जीव ने। एक वो ने जिहड़े सुर जिन्हां विच दैवी गुण ने, एक आम दरमियाने जे ने जिन्हां दे विच दैवी गुण नहीं। असुर जिन्हां दे विच शैतानी अवगण ने। तीन प्रकार दे प्राणी ने। एक वो जिन्हां विच चंगियाइयां ने, एक वो जिहदे विच बुरियाइयां ने, एक वो है जिहदे विच ना चंगियाई है ना बुरियाई है। तीन प्रकार दे प्राणी ने। जां अर्थ इहदे करांगे देवते शैतान ते मनुख। ਇਹਦੇ अर्थ ये भी कर सकते हैं, ਇਹਦੇ अर्थ ये भी कर सकते हैं कि एक चंगियाई वाला, एक बुरियाई वाला, एक वो जिहदे विच ना चंगियाई ते बुरियाई कुछ भी नहीं है। सब कहते तिन्ने की कह रहे ने? नेत नेत बेअंत बेअंत। तू बेअंत है, तेरा अंत नहीं पाया जा सकता किसी भी प्रकार, तेरा अंत नहीं। ये भी आपां जपजी साहब गल क्लीयर करके आए हैं। ये अंत न जाने कोई बहुता कहिए बहुता हुए। सब कहते सारे ही कह रहे ने, सिर्फ ये तीन नहीं कह रहे। वन तृण कहत, कहते वन जंगल, जंगल विच एक एक तिनका कह रहा है कि तू बेअंत है। तृण घाह दा एक तिनका किला, कहते एक एक कण कण जिहड़ा वो कह रहा है कि तू बेअंत है, तू बेअंत है, तू बेअंत है। ये सारे ही कह रहे ने। तब सर्व नाम कथा कवन। कथा कवन, कौन तेरे सारे नामां नूं बयान करे। आ जिन्ने भी तेरे नाम ने ये कुदरत नूं वेख के ने, तेरा अपना कोई नाम नहीं है। बस तू सत है, सदी भी सत है। तू आद सच जुगाद सच है भी सच, नानक होसी भी सच है। पर जे कोई कहे भी तेरा असल नाम नहीं, ये सारे जो सिस्टम चल रहे हैं ना कुदरत विच, ये कुदरत नूं वेख के उहदे नाम ने। ये सारे नाम भी नहीं बयान हो सकते। क्यों? क्योंकि तेरा कुदरत का भी अंत नहीं है। ना अंत होने करके कथा कवन, कौन कथन करेगा कि तब सर्व नाम, तेरे सारे नाम कौन बयान कर सकता है। कर्म नाम वर्णत सुमत, इत्थे सुमत बोलना है। कहते जिहड़े सुमत वाले ने ना, चंगी मत वाले, वो अपनी अपनी मत अनुसार तेरे कर्म नाम बयान कर रहे ने। जो तेरे सिस्टम दे विच हो रहा ना कर्म, जो हो रहा है तेरी कुदरत विच, उहदे विचों जो जो गुण सानू दिखाई दिते, असीं उहदे आधार ते तेरा नाम रख दिता। किसी ने गोपाल, किसी ने ठाकुर, किसी ने आख्या वो मेहरबान है, किसी आख्या दयालु है, किसी आख्या कृपालु है, किसी ने कुछ, किसी ने कुछ। कोई बोले राम राम, कोई खुदाए। ये सारे ही नाम तेरे जिहड़े ने एक किरतम नाम ने। पर सारे जिहड़े कह के ये भी नहीं कह सकते भी बस इत्थे ही तक ही नाम है, अगों कुछ भी नहीं। नहीं, उहदा अंत कोई नहीं पाया जा सकता। ये गुरु कलगीधर पातशाह जी ने जाप साहब की आरंभता दे विच
ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਨੁਭਵ ਕਰਨ ਵਾਸਤੇ, ਮਹਿਸੂਸ ਕਰਨ ਲਈ ਇਹ ਆਰੰਭਤਾ ਵਿੱਚ ਜਿਹੜਾ ਮੁੱਖ ਵਾਕ ਦੇ ਰੂਪ ਵਿੱਚ ਉਚਾਰਨ ਕੀਤਾ। ਅੱਜ ਇਸ ਅਸਥਾਨ ਤੋਂ ਜੋ ਅਸੀਂ ਨਿਤ ਦੇ ਨੇਮ ਵਿੱਚ ਦੂਸਰੀ ਬਾਣੀ ਜਾਪ ਸਾਹਿਬ ਦਾ ਪਾਠ ਕਰਦੇ ਹਾਂ, ਉਹਦੀ ਵਿਚਾਰ ਇੱਥੇ ਅੱਜ ਆਰੰਭ ਹੋਈ ਤੇ ਗੁਰੂ ਸਾਹਿਬ ਨੇ ਤਰਸ ਕਰਕੇ ਆਪ ਇਹ ਵਿਚਾਰ ਇਹਦੀ ਜਿਹੜੀ ਆ ਉਹ ਕਰਵਾਈ ਹੈ। ਤੇ ਪਹਿਲਾਂ ਵੀ ਬੇਨਤੀ ਕੀਤੀ, ਫਿਰ ਹੁਣ ਸਮਾਪਤੀ ਤੇ ਬੇਨਤੀ ਕਰਦਾ ਚੱਲਾਂ ਵੀ ਕੋਸ਼ਿਸ਼ ਕਰੋ ਤੁਸੀਂ ਜਿੰਨਾ ਤੁਸੀਂ ਗੁਰੂ ਦਰਬਾਰ ਵਿੱਚ ਆ ਕੇ ਸੰਗਤ ਵਿੱਚ ਬੈਠ ਕੇ ਬਾਣੀ ਦਾ ਲਾਹਾ ਲੈ ਸਕਦੇ ਹੋ, ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਇਹ ਲਾਹੇ ਪ੍ਰਾਪਤ ਕਰੋ। ਜਿਹੜੇ ਤੁਸੀਂ ਨਿਤ ਦੇ ਨੇਮ ਵਿੱਚ ਆਉਂਦੇ ਹੋ, ਤੁਹਾਨੂੰ ਮੁਬਾਰਕ ਹੈ। ਤੁਹਾਨੂੰ ਵਾਹਿਗੁਰੂ ਹੋਰ ਬਲ ਬਖਸ਼ਣ ਤਾਂ ਕਿ ਇਹ ਸਾਡਾ ਨਿਤ ਦਾ ਨੇਮ ਖੁੰਝੇ ਨਾ, ਅਸੀਂ ਨਿਤ ਅੰਮ੍ਰਿਤ ਬਾਣੀ ਦਾ ਔਰ ਇਹਦੀ ਵਿਚਾਰ ਦਾ ਲਾਹਾ ਵੱਧ ਤੋਂ ਵੱਧ ਪ੍ਰਾਪਤ ਕਰ ਸਕੀਏ। ਇਹੀ ਸਾਡੀ ਅਰਦਾਸ ਹੈ। ਜਿੰਨੀ ਬਾਣੀ ਦਾ ਅਭਿਆਸ ਕਰਨਾ ਜਾਂ ਵਿਚਾਰ ਕਰਨੀ, ਮੁੱਕਦੀ ਗੱਲ ਇੱਥੇ ਹੀ ਆਉਣੀ ਹੈ। ਜਾ ਕੇ ਅਸੀਂ ਨਾਮ ਮੰਗਣ ਆਏ ਹਾਂ ਤੇ ਨਾਮ ਹੀ ਬਖਸ਼ਿਸ਼ 'ਚ ਲੈ ਕੇ ਜਾਣਾ ਹੈ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਇਹੋ, ਨਾਨਕ ਚਾਹੋ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਇਸੇ ਤਰ੍ਹਾਂ ਨਾਮ ਬਾਣੀ ਨਾਲ ਜੋੜੀ ਰੱਖਣ ਤਾਂ ਕਿ ਲੋਕ ਸੁਖੀਏ ਔਰ ਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ। ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਬਚਨ ਜਾਪ ਸਾਹਿਬ ਦੀ ਬਾਣੀ ਵਿੱਚੋਂ ਅੱਜ ਦੇ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਪਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਵ ਨਾਮ ਕਥੈ ਪਵਨ, ਕਰਮ ਨਾਮ ਵਰਨਤ ਸੁਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ